ਸਤਨਾਮ। ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕਾਂ। ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਜਨ ਆਵਨ ਕਾ ਇਹ ਸੁਆਓ। ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਪੰਜ ਪਿਆਲੇ ਪੰਜ ਪੀਰ। ਛਠਮ ਪੀਰ ਬੈਠਾ ਗੁਰ ਭਾਈ। ਗੁਰ ਅਰਜਨ ਕਾਇਆ ਪਲਟ ਕੈ। ਮੂਰਤ ਹਰਿ ਗੋਬਿੰਦ ਸਵਾਰੀ। ਪੰਜ ਪਿਆਲੇ ਪੰਜ ਪੀਰ। ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ। ਮੂਰਤ ਹਰਿ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆ। ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ। ਵੱਡ ਜੋਧਾ ਬਹੁ ਪਰ ਉਪਕਾਰੀ। ਪੁੱਛਣ ਸਿੱਖ ਅਰਦਾਸ ਕਰ। ਛਿਆ ਮਹਿਲਾਂ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ। ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਯੁਗ ਪੀੜੀ ਸੋਢੀਆਂ। ਨਿਹਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਧੰਨ 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 ਸਤਿਗੁਰੂ। ਚਵਰ ਤਖਤਾਂ ਦੇ ਮਾਲਕ। ਗੁਰਤਾ ਗੱਦੀ ਤੇ ਸੁਭਾਏ ਮਾਨ।
ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦੋ ਜਹਾਨ ਦੇ ਵਾਲੀ ਕਲਯੁਗ ਦੇ ਬੋਹਿਤ, ਸ਼ਹਿਨਸ਼ਾਹ ਦਾਤਾਰ ਪਿਤਾ ਇੱਕ ਰਸ ਵਿਆਪਕ। ਕਰਨਹਾਰ ਰਚਨਹਾਰ ਜਗ ਦੀ ਜੋਤ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀਆਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸੰਗਤਾਂ ਨੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ, ਦੀਵਾਲੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਸਥਾਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਆਣ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਕਰ ਰਹੇ ਨੇ। ਵੱਡੇ ਭਾਗੇ ਹੋ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਸਤਿਗੁਰੂ ਜੀਆਂ ਦੇ ਇਤਿਹਾਸਕ ਅਸਥਾਨ ਵਿਖੇ ਆਣ ਕਰਕੇ ਬੜਾ ਮਾਣ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀਆਂ ਨੇ ਆਣ ਕਰਕੇ ਸਾਡੇ ਨਗਰ ਵਿਖੇ ਸਾਨੂੰ ਦਰਸ਼ਨ ਦੀਦਾਰ ਦਿੱਤੇ। ਆਪਾਂ ਨੇ ਸਤਿਗੁਰੂ ਜੀਆਂ ਅੱਗੇ ਸੀਸ ਨਿਵਾਉਣਾ ਹੈ। ਸਭ ਤੋਂ ਪਹਿਲਾਂ ਕੋਈ ਵੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ, ਗੁਰ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੀ ਭਾਵਨਾ ਦੇ ਨਾਲ, ਦਿਲ ਤੋਂ ਸ਼ਰਧਾ ਦੇ ਨਾਲ ਆਓ ਆਪਾਂ ਸਾਰੀ ਸੰਗਤ, ਜਿੰਨੇ ਵੀ ਆਪ ਸਤ ਸੰਗੀ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਜਾਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਦਰਬਾਰ ਤੋਂ ਬਾਹਰ ਗੁਰੂ ਘਰ ਵਿੱਚ ਸੇਵਾਵਾਂ ਕਰ ਰਹੀਆਂ ਨੇ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਸਿਮਰਨ ਕਰੀਏ। ਗੱਜ ਕਰਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਵਾਬ ਬੜਾ ਢਿੱਲਾ ਆਉਂਦਾ ਹੈ। ਅੰਦਰ ਸਰੀਰ ਤੇ ਬਹੁਤ ਬੈਠੇ ਨੇ ਜਾਂ ਆਪਣਾ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ। ਆਓ ਸਤਿਗੁਰੂ ਜੀ ਦਾ ਇਤਿਹਾਸ ਹੈ ਜੋ ਬੰਦੀ ਛੋੜ ਦਿਵਸ ਦਾ ਅੱਜ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ 6ਵੀਂ ਜੋਤ 52 ਰਾਜਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਿਖੇ ਆਏ ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਆਪਾਂ ਉਹ ਇਤਿਹਾਸ ਨੂੰ ਥੋੜ੍ਹੀ ਬਹੁਤੀ ਜਿੰਨੀ ਕੁ ਸਤਿਗੁਰੂ ਜੀਆਂ ਨੇ ਸੁਮੱਧ ਬਖਸ਼ਿਸ਼ ਕੀਤੀ ਹੈ ਦਰਸਾਉਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਆਪ ਹੀ ਵਿੱਚ ਵਰਤ ਕਰਕੇ ਰਹਿਮਤਾਂ ਕਰਨ, ਆਪ ਹੀ ਸਾਡੇ ਜੀਵਾਂ ਦੇ ਪਾਸੋਂ ਆਪਣੀ ਸਿਫਤ ਸਲਾਹ ਕਰਵਾ ਲੈਣ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਦਿੱਲੀ ਜਾਣਾ ਇਹ ਕਿਹੜੇ ਕਾਰਨ ਬਣੇ ਜਿਹੜਾ ਜਹਾਂਗੀਰ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਦਿੱਲੀ ਤਖਤ ਉੱਪਰ ਬੁਲਾ ਕਰਕੇ ਕੈਦ ਕੀਤਾ, ਕਿਉਂਕਿ ਸਤਿਗੁਰੂ ਜੀ ਨੂੰ ਕੋਈ ਕੈਦ ਵੀ ਨਹੀਂ ਕਰ ਸਕਦਾ। ਸਤਿਗੁਰੂ ਜੀ ਦੀ ਅਵਸਥਾ ਇਹ ਹੈ ਕਿ ਆਪ ਮੁਕਤ ਅਵਰਹਿ ਮੁਕਤ ਕਰਾਵੇ, ਕਿਉਂਕਿ ਉਹ ਧੰਨ ਸਤਿਗੁਰੂ ਆਪ ਹੀ ਮੁਕਤ ਹੈ, ਆਪ ਹੀ ਬੰਧਨਾਂ ਤੋਂ ਪਰੇ ਹੈ ਅਤੇ ਦੂਜਿਆਂ ਨੂੰ ਵੀ ਬੰਧਨਾਂ ਤੋਂ ਛਡਾਉਂਦਾ ਹੈ। ਇਹ ਸਤਿਗੁਰੂ ਜੀ ਦੀ ਕਿਵੇਂ ਕਿਵੇਂ ਵਿਧ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਜਦੋਂ ਸ਼ਹੀਦ ਕੀਤਾ ਗਿਆ, ਉਸ ਦੇ ਅੰਦਰ ਚੰਦੂ ਤੇ ਪ੍ਰਿਥੀਆ ਦਾ ਜਿਹੜਾ ਖਾਸ ਆਪਾਂ ਕਹਿ ਲਈਏ ਹੱਥ ਸੀ ਸਤਿਗੁਰੂ ਜੀਆਂ ਨੂੰ ਸ਼ਹੀਦ ਕਰਾਉਣ ਦੇ ਲਈ। ਇੱਦਾਂ ਜਦੋਂ ਸਤਿਗੁਰੂ ਜੀ ਚਲੇ ਗਏ, ਫਿਰ ਬਾਅਦ ਦੇ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀਆਂ ਨੇ
ਸਤਿਗੁਰੂ ਜੀਆਂ ਨੂੰ ਅੰਮ੍ਰਿਤਸਰ ਵਿਖੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਵਾਈਆਂ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਦੋਂ ਅਜੇ ਬਾਲਕ ਅਵਸਥਾ ਦੇ ਵਿੱਚ ਸਨ। ਸਤਿਗੁਰੂ ਜੀਆਂ ਨੇ ਤਖਤ ਉੱਪਰ ਬੈਠਾ ਦਿੱਤਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ 2 ਤਲਵਾਰਾਂ ਧਾਰਨ ਕਰਵਾਈਆਂ ਮੀਰੀ ਤੇ ਪੀਰੀ ਦੀਆਂ। ਆਪ ਸੰਗਤ ਬੜੀ ਇਕਾਗਰਤਾ ਦੇ ਨਾਲ ਸਰਵਣ ਕਰਨਾ ਕਿ ਕਿਹੜੇ ਕਾਰਨ ਬਣੇ ਸਨ ਕਿ ਜੋ ਜਹਾਂਗੀਰ ਨੂੰ ਸਤਿਗੁਰੂ ਜੀ ਦੇ ਨਾਲ ਨਫ਼ਰਤ ਹੋ ਗਈ। ਜਹਾਂਗੀਰ ਨੇ ਸਤਿਗੁਰੂ ਜੀਆਂ ਨੂੰ ਦਿੱਲੀ ਵਿਖੇ ਬੁਲਾਇਆ। ਜਦੋਂ ਸਤਿਗੁਰੂ ਜੀਆਂ ਨੇ 2 ਤਲਵਾਰਾਂ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀ, ਤਖਤ ਦੀ ਆਰੰਭਤਾ ਕੀਤੀ, ਤਖਤ ਸਾਜਣ ਲੱਗੇ। ਕਿਉਂਕਿ ਉਦੋਂ ਸਰਕਾਰ ਦਾ ਜਾਂ ਹਕੂਮਤ ਦਾ ਇਹ ਹੁਕਮ ਸੀ, ਜਹਾਂਗੀਰ ਦਾ ਇਹ ਹੁਕਮ ਸੀ, ਕਿਉਂਕਿ ਉਦੋਂ ਜਿਹੜੀ ਸਰਕਾਰ ਸੀ ਜਹਾਂਗੀਰ ਦੀ ਸੀ ਸਭ ਤੋਂ ਵੱਡੀ। ਉਹਦਾ ਹੁਕਮ ਸੀ ਕਿ ਮੇਰੇ ਤੋਂ ਇਲਾਵਾ ਇਸ ਹਿੰਦੁਸਤਾਨ ਦੇ ਅੰਦਰ ਕੋਈ ਵੀ ਤਖਤ ਜਿਹੜਾ ਉਹ ਨਹੀਂ ਬਣੇਗਾ। ਸਤਿਗੁਰੂ ਜੀਆਂ ਨੇ ਤਖਤ ਬਣਾਇਆ। ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਮੁਸਲਮਾਨ ਟੋਪੀ ਪਾਉਂਦੇ ਸੀ। ਸਤਿਗੁਰੂ ਜੀਆਂ ਨੇ ਦਸਤਾਰ ਸਜਾ ਕਰਕੇ ਉੱਤੇ ਕਲਗੀ ਲਾਈ। ਪਹਿਲੀ ਗੱਲ ਇਹ ਲੋਕਾਂ ਵਿੱਚ ਇਹ ਸੁਣਨ ਵਿੱਚ ਆ ਗਿਆ ਕਿ ਇੱਕ ਤੇ ਝੂਠਾ ਤਖਤ ਹੈ ਦਿੱਲੀ ਵਿਖੇ, ਤੇ ਜਿਹੜੀ ਸਥਾਪਨਾ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਵਿਖੇ, ਇਹ ਸੱਚਾ ਤਖਤ ਹੈ। CID ਵਾਲੇ ਬੜੇ ਹੁੰਦੇ ਨੇ, ਸੂਹੀਏ ਬੜੇ ਹੁੰਦੇ ਨੇ, ਜਿਹੜੇ ਅੱਜ ਵੀ ਨੇ ਸਿੱਖਾਂ ਦੇ ਵਿੱਚ ਹੀ ਨੇ ਖਾਸ ਕਰਕੇ। ਇਹ ਗੱਲਾਂ ਸੁਣ ਕਰਕੇ ਬਾਦਸ਼ਾਹ ਨੂੰ ਬੜਾ ਜਿਹੜਾ ਗੁੱਸਾ ਲੱਗਾ ਕਿ ਮੇਰੇ ਸਮਾਨ ਤੁਸੀਂ ਇੱਕ ਤਖਤ ਖੜਾ ਕਰ ਦਿੱਤਾ। ਮੀਰੀ ਪੀਰੀ ਦੀਆਂ ਤਲਵਾਰਾਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਇਹ ਪ੍ਰਤੀਕ ਨੇ ਇੱਕ ਧਰਮ ਦੀ ਰੱਖਿਆ ਲਈ, ਇੱਕ ਸ਼ਾਂਤੀ ਲਈ। ਸਤਿਗੁਰੂ ਕਹਿੰਦੇ ਨੇ ਕਿ ਜਿੰਨੀਆਂ ਵੀ ਸੰਗਤਾਂ ਇੱਥੇ ਭੇਟਾਂ ਲੈ ਕੇ ਆਉਂਦੀਆਂ ਨੇ, ਦੁਸ਼ਾਲੇ ਲੈ ਕੇ ਆਉਂਦੀਆਂ ਨੇ, ਰੁਮਾਲੇ ਲੈ ਕੇ ਆਉਂਦੀਆਂ ਨੇ, ਕਿਉਂਕਿ ਸਬਰ ਦੀ ਹੱਦ ਜਿਹੜੀ ਹੈ ਇਹ ਮੁੱਕ ਚੁੱਕੀ ਹੈ। ਇੱਕ ਹੱਥ 'ਚੋਂ ਮਲਮਾਲਾ ਜਿਹੜੀ ਖੋਹ ਕਰਕੇ ਤਸੀਹੇ ਦਿੱਤੇ ਗਏ। ਆਪਾਂ ਕਹਿੰਦੇ ਆ ਨਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਸੋਮੇ ਨੇ, ਕਿ ਉਹਨਾਂ ਵਿੱਚ ਸ਼ਾਂਤੀ ਸੀ ਬਹੁਤ ਜ਼ਿਆਦਾ। ਸ਼ਾਂਤੀ ਦੇ ਨਾਲ ਵੀ ਇਹ ਸਰਕਾਰਾਂ ਨੇ ਸ਼ਾਂਤੀ ਨੂੰ ਵੀ ਨਹੀਂ ਟਿਕਣ ਦਿੱਤਾ। ਮਾਲਾ ਹੱਥੋਂ ਖੋਹ ਕਰਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਫਿਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਤਖਤ ਰਚਿਆ, ਜੰਗੀ ਫੌਜ ਰਚੀ। ਸਤਿਗੁਰੂ ਜੀਆਂ ਦਾ ਇਹ ਹੁਕਮ ਸੀ ਕਿ ਸੰਗਤਾਂ ਅੱਜ ਤੋਂ ਬਾਅਦ ਇੱਥੇ ਕੀਮਤੀ ਦੁਸ਼ਾਲੇ ਨਾ ਲੈ ਕੇ ਆਉਣ, ਰੁਮਾਲੇ ਵਸਤਰ ਨਾ ਲੈ ਕੇ ਆਉਣ, ਇੱਥੇ ਕਾਹਦੀਆਂ ਭਟਾਵਾਂ ਜਿਹੜੀਆਂ ਲੈ ਕੇ ਆਉਣ। ਸਤਿਗੁਰੂ ਦਾ ਹੁਕਮ ਹੀ ਇੱਥੇ ਵਧੀਆ ਤੋਂ ਵਧੀਆ ਸ਼ਸਤਰ ਜਿਹੜੇ ਨੇ ਸੰਗਤਾਂ ਭੇਟ ਕਰਨ। ਵਧੀਆ ਤੋਂ ਵਧੀਆ ਸਤਿਗੁਰੂ ਕਹਿੰਦੇ ਨੇ ਇੱਥੇ ਘੋੜੇ ਜਿਹੜੇ ਨੇ ਉਹਨਾਂ ਨੂੰ ਭੇਟ ਕਰਨ। ਆਪ ਜਾਣਦੇ ਹੋ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਘੋੜਿਆਂ ਨੂੰ, ਸ਼ਸਤਰਾਂ ਨੂੰ ਬਹੁਤ ਪਿਆਰ ਕਰਦੇ ਨੇ। ਫਿਰ ਸਤਿਗੁਰੂ ਜੀਆਂ ਨੇ ਤੀਜਾ ਹੁਕਮ ਕੀਤਾ ਕਿ ਇੱਥੇ ਜਿਹੜੇ ਜਵਾਨ ਨੇ ਉਹ ਆਪਣੀਆਂ ਜਵਾਨੀਆਂ ਵਾਰ ਦੇਣ। ਤੇ ਇਹ ਸਾਰਾ ਕੁਝ ਦੇਖ ਕਰਕੇ ਸੋਹੀਆਂ ਨੇ ਖਬਰ ਦਿੱਤੀ ਜਾ ਕਰਕੇ ਜਹਾਂਗੀਰ ਪਾਸ ਕੋਲ, ਕਿਉਂਕਿ ਇੱਥੇ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਦਰਬਾਰ ਉੱਥੇ ਤੇ ਉਹਨੂੰ ਕਹਿੰਦੇ ਸੀਗਾ ਰਾਜਾ, ਜਾਂ ਆਪਾਂ ਹੋਰ ਲਫ਼ਜ਼ ਵਰਤ ਰਹੀਏ ਤੇ ਹਰਗੋਬਿੰਦ ਮਹਾਰਾਜ ਜੀਆਂ ਨੂੰ ਇੱਥੇ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। ਇਹ ਜਿਹੜੀ ਗੱਲ ਸੀ ਉਹ ਜਰ ਨਹੀਂ ਸਕਿਆ ਜਹਾਂਗੀਰ, ਤੇ ਜਿਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਸ਼ਹੀਦ ਕਰਵਾਇਆ ਸੀ ਚੰਦੂ, ਉਹਨੂੰ ਜ਼ਿਆਦਾ ਭਾਂਬੜ ਮੱਚੇ, ਉਹ ਜ਼ਿਆਦਾ ਖਿਲਾਫ ਹੋ ਗਿਆ। ਉਹ ਦਿਨ ਰਾਤ ਸੋਚਦਾ ਹੈ ਕਿ ਜੇ ਐਸਾ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਐਸਾ ਮਾਹੌਲ ਕਰ ਦਿੱਤਾ ਤੇ ਇਹ ਆਪਣੇ ਪਿਤਾ ਦਾ ਬਦਲਾ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਬਦਲਾ ਮੇਰੇ ਪਾਸ ਜ਼ਰੂਰ ਲਵੇਗਾ। ਦਿਨ ਰਾਤ ਚੰਦੂ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਕਿਤੇ ਕਿਤੇ ਇਤਿਹਾਸ ਦੇ ਅੰਦਰ ਆਉਂਦਾ ਹੈ ਕਿ ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਨਾ, ਤਿੰਨਾਂ ਦਾ ਮਿੱਤਰ ਵੀ ਸੀ ਜਹਾਂਗੀਰ। ਇਹ ਮਿੱਤਰਤਾ ਵੀ ਬਣੀ ਸੀ, ਅੱਗੇ ਆਪਾਂ ਇਤਿਹਾਸ ਦੇ ਵਿੱਚ ਵਾਚਾਂਗੇ। ਫਿਰ ਜਿਹੜਾ ਇਹ ਜਹਾਂਗੀਰ ਚੰਦੂ ਨੂੰ ਦਿਨ ਰਾਤ ਜਿਹੜੀ ਸੀ ਨੀਂਦ ਨਹੀਂ ਸੀ ਆਉਂਦੀ,
कि हुण ये महाराज ने अपना तख्त साज दिता, महाराज ने यह हुक्म कर दिता किसी बादशाह का डर नहीं रखना, भै तो रहत रहना, किसी का भै नहीं रखना। अपनी अकाल पुरख वाहिगुरू के चरणों का आसरा तक के अकाल पुरख वाहिगुरू महाराज जियां दे चरणों का आसरा लै करके अपनी जिंदगी नूं बतीत करना है। तो इधर चंदू ने दिन रात सौना ना, सोचते रहना कि हुण मैं की करा। ये तो मेरे कोलों महाराज जी मेरे कोलों बदला जिहड़ा है प्यो की मौत का, पिता की मौत का जरूर लैणगे। जदों ये सोचण तो बाद कई तकनीकां घड़ियां गईयां, क्योंकि इत्थे दो रायां ने कि किद्दां जिहड़ा गुरु हरगोबिंद महाराज जियां नूं दिल्ली तख्त उपर सद्दिया गया, किहड़े वो दो कारण सी। ये इतिहास दे विच आउंदे ने, जो संतोख सिंह चूड़ामणी कवि ने वो लिखते ने कि ये चंदू ने एक जिहड़ी साजिश की कि गुरु हरगोबिंद महाराज जियां नूं मैं बंदी बनाउणा है, मैं जिहड़ा काबू विच कर लेना है, अंदर कैद कर लेना है। चंदू दिन रात सोचण तो बाद, क्योंकि जहांगीर राजा अत दा नशाई सी, नशा करदा सी, ते उस जहांगीर राजे ने अपने अंदर नचन टप्पण वाले बहुत सारे रखे सी, नाल दी नाल उन्हें ज्योतिषी भी रखे सी कि ਜਿਹੜੀਆਂ रेखावां देख करके वो दसदे सी वो जहांगीर नूं कि तू हुण किद्दां होवेगा, अगे किद्दां होवेगा, तेरी जिंदगी दे विच की आउण वाला है। चंदू ने यह साजिश घड़ी, चंदू जांदा है उस ज्योतिषी कोल जो जहांगीर ने अपने वास्ते रखिया है। चंदू की करदा है, उन्होंने दिंदा है जी 500 मोहरां, ਉਹਨੂੰ 500 ਮੋਹਰਾਂ ਦਿੰਦਾ है जा करके, ਤੇ ਉਹਨੂੰ ਕਹਿੰਦਾ एक ਨਿੱਕਾ ਜਿਹਾ ਕੰਮ है ये तू करना है, ਤੇ मैं ਤੈਨੂੰ ਇਹਦੇ ਬਦਲੇ 5000 ਮੋਹਰਾਂ ਹੋਰ ਦੇ ਦੇਵਾਂਗਾ। ਉਹ ज्योतिषी ਕਹਿਣ ਲੱਗਾ जी ਤੁਸੀਂ ਹੁਕਮ ਕਰੋ, ਤੁਸੀਂ ਦੱਸੋ ਕੰਮ ਕੀ है। ਤੇ जो चंदू सी ये ਕਹਿਣ ਲੱਗਾ जी ਕੰਮ ਇੰਨਾ ਕੁ है कि जहांगीर राजे ਦਾ तू हथ देखना है, ਤੇ तू ਉਹਨੂੰ कहना है कि तेरे उत्ते भारी जिहड़ी साड़सवती आउण वाली है, तेरी कुछ दिनों के विच मौत हो जाएगी, तैनूं भयानक बीमारी जिहड़ी है वो लग जानी है। ये जा करके तू जहांगीर नूं कहना ते ध्यान रखी कि किते उहनूं शक ना हो जाए, क्योंकि तेरे उपर वो विश्वास बहुता करदा है। जदों चंदू ने यह गल्लां कहियां, अगले दिन जहांगीर के दरबार च जांदा है वो ज्योतिषी। दरबार के अंदर जा कर के जहांगीर पातशाह का हथ नहीं देखता, तो पहला ही बड़ा उदास जिहा अपना चेहरा कर लैंदा है, बहुत पखंड करता है वो ज्योतिषी भी। फिर जा कर के वो जहांगीर का हथ देखता है, तो जहांगीर कहंदा कि की गल अज बड़ा उदास दिखते हो ज्योतिषी जी, की गल हो गई। तो ज्योतिषी कहंदा तुसी मेरा पहला चेहरा पछाण लिया है, मैं है तो उदास ही चेहरे दे नाल आप जियां नूं दसांगा कि आप जी उपर कोई भारी संकट आउण वाला है। ये जहांगीर नूं कहंदा है, जहांगीर दा ही दोष ज्योतिषी जो चंदू ने भेजिया हुंदा पैसे दे के, कहंदा तुहाडे उपर जिहड़ा है ना वो भारी कोई संकट आउण वाला है, तुहाडी मौत है। जेकर संकट वो आ गया तो थोड़े दिनों के विच ही तुहाडी मौत हो जाएगी उस बीमारी लगन के कारण। तो जहांगीर बादशाह बड़ी हैरानी विच आ गया, बड़े संकल्प उहदे मन दे विच आउण लग गए। बड़ा पुछदा है ज्योतिषी नूं इसदा कारण की है, जां इहदा कोई हल की होवेगा। हल जिहड़ा सी उहनूं चंदू ने पहले ही दस्सिया सी। कहंदा हल तो यदा है कि जेकर तू बचना चाहुंदा है तो तैनूं एक छोटा जिहा हल करना पवेगा। इहदा वो की है कि हिंदुस्तान दे विच कोई एक सच्चा बंदा लभ जिन्हें कदी भी झूठ ना बोलिया होवे, दूजा वो सोढी कुल दे विचों होवे, तीजा उहदा नाम हाहे तो शुरू हुंदा होवे। क्योंकि ये चंदू का इशारा तो गुरु हरगोबिंद महाराज जियां वल सी। जदों ये गल्लां कहियां ते चंदू भी लागे बैठा सी, उहनूं ते पता सी सारा। ये कहण दे नाल
ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿ ਢੰਡੋਰਾ ਪਿੱਟ ਦਿਓ ਹਿੰਦੁਸਤਾਨ ਦੇ ਅੰਦਰ ਕਿ ਇਹ 3 ਗੁਣਾਂ ਵਾਲਾ ਕੋਈ ਜਿਹੜਾ ਵਿਅਕਤੀ ਮਿਲ ਜਾਵੇ, ਮੇਰੀ ਬਿਮਾਰੀ ਦਾ ਹੱਲ ਕਰਨ ਦੇ ਵਾਸਤੇ ਕਿਤੇ ਸ਼ਮਸ਼ਾਨ ਜਗ੍ਹਾ ਦੇ ਵਿੱਚ ਬੈਠ ਕਰਕੇ ਚਲੀਆ ਕੱਟੇ ਮੇਰੇ ਨਾਮ ਦਾ, ਕਿ ਮੇਰੀ ਇਹ ਮੁਕਤੀ ਜਿਹੜੀ ਹੋ ਜਾਵੇ। ਤੇ ਚੰਦੂ ਕਹਿੰਦਾ ਮੇਰੇ ਇੱਕ ਅੱਖਾਂ ਦੇ ਸਾਹਮਣੇ ਹੈ, ਮੇਰੀ ਸੁਰਤ ਦੇ ਵਿੱਚ, ਮੇਰੇ ਧਿਆਨ ਦੇ ਵਿੱਚ ਇੱਕ ਹੈ ਜੋ ਇਦਾਂ ਕਰ ਸਕਦਾ ਹੈ। ਉਹਨੇ ਕਦੀ ਝੂਠ ਵੀ ਨਹੀਂ ਬੋਲਿਆ ਤੇ ਉਹ ਸੋਢੀ ਕੁਲ ਦੇ ਵਿੱਚੋਂ ਹੈ ਤੇ ਉਹਦਾ ਨਾਮ ਵੀ ਹਾਹੇ ਤੋਂ ਸ਼ੁਰੂ ਹੁੰਦਾ ਹੈ। ਦੇਖੋ ਚੰਦੂ ਜਿਹੜਾ ਸੀ ਸ਼ੁਰੂ ਤੋਂ ਹੀ ਗੁਰੂ ਘਰ ਦੇ ਨਾਲ ਟੱਕਰਾਂ ਲੈਂਦਾ ਰਿਹਾ, ਇਹਦਾ ਕੁਝ ਬਚਿਆ ਨਹੀਂ, ਅਖੀਰ ਦੇ ਉੱਪਰ ਆਣ ਕਰਕੇ ਸਾਰਾ ਕੁਝ ਤਬਾਹ ਹੋ ਗਿਆ। ਗੁਰੂ ਸਾਹਿਬ ਜੀ ਨਾਲ ਟੱਕਰ ਜਿਨ੍ਹਾਂ ਨੇ ਲਈ ਹੈ ਉਹਨਾਂ ਦਾ ਸਾਰਾ ਕੁਝ ਤਬਾਹ ਹੋਇਆ ਹੈ ਤੇ ਹੁੰਦਾ ਹੀ ਆਵੇਗਾ। ਫਿਰ ਜਿਹੜਾ ਇਹ ਕਹਿਣ ਲੱਗਾ ਜੀ ਮੇਰੀ ਨਿਗਾਹ ਦੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਹੈ ਜੋ ਸੋਢੀ ਕੁਲ ਦੇ ਵਿੱਚੋਂ ਹੈ, ਉਹਦਾ ਨਾਮ ਹਾਹੇ ਤੋਂ ਸ਼ੁਰੂ ਹੁੰਦਾ ਹੈ ਤੇ ਉਹ ਅੰਮ੍ਰਿਤਸਰ ਦੀ ਧਰਤੀ ਉੱਪਰ ਹੈ। ਤੇ ਜਹਾਂਗੀਰ ਕਹਿਣ ਲੱਗਾ ਜੀ ਨਹੀਂ, ਉਹ ਤੇ ਮੇਰਾ ਖਾਸ ਮਿੱਤਰ ਹੈ, ਉਹ ਤੇ ਮੇਰਾ ਖਾਸ ਮਿੱਤਰ ਹੈ, ਕਿਉਂਕਿ ਇਹ ਮਿੱਤਰਤਾ ਜਹਾਂਗੀਰ ਦੀ ਤੇ ਮਹਾਰਾਜ ਦੀ ਵੀ ਇਹ ਚੰਦੂ ਕਰਕੇ ਹੀ ਹੋਈ ਸੀ। ਚੰਦੂ ਨੇ ਆਪਣੀ ਵੱਲੋਂ ਕੋਈ ਚਾਲ ਚੱਲਣੀ ਚਾਹੀ ਸੀ ਤੇ ਪਰ ਉਹ ਗੂੜੀ ਮਿੱਤਰਤਾ ਬਣ ਗਈ। ਜਦੋਂ ਇੱਕ ਸ਼ੇਰ ਨੇ ਬੜਾ ਤੰਗ ਕੀਤਾ ਹੋਇਆ ਸੀ ਨਾ, ਜਹਾਂਗੀਰ ਦੇ ਸਾਰੇ ਘੋੜਸਵਾਰਾਂ ਨੂੰ ਖਾ ਗਿਆ ਸੀ ਇੱਕ ਵਾਰੀ, ਤੇ ਉਦੋਂ ਇਹ ਚੰਦੂ ਨੇ ਸਾਜ਼ਿਸ਼ ਰਚੀ ਸੀ ਕਿ ਇਹਦੇ ਨਾਲ ਜੇਕਰ ਕੋਈ ਟਾਕਰਾ ਲੈ ਸਕਦਾ ਹੈ ਤੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਲੈ ਸਕਦਾ ਹੈ। ਕਿ ਇਹਨਾਂ ਨੂੰ ਸੀ ਕਿ ਜਦੋਂ ਜਦੋਂ ਵੀ ਕੋਈ ਸ਼ੇਰ ਦੇ ਸਾਹਮਣੇ ਗਿਆ, ਸ਼ੇਰ ਉਹਨਾਂ ਦੇ ਉੱਤੇ ਭਾਰੀ ਹਮਲਾ ਕਰਕੇ ਖਾ ਜਾਂਦਾ ਰਿਹਾ। ਤੇ ਇਹਨਾਂ ਨਹੀਂ ਸੀ ਪਤਾ ਉਹ ਸ਼ਹਿਨਸ਼ਾਹ ਦਾਤਾਰ ਪਿਤਾ ਅੱਗੇ ਗੁਰੂ ਹਰਗੋਬਿੰਦ ਪਾਤਸ਼ਾਹ ਹੈ। ਜਦੋਂ ਇਹ ਗੱਲਾਂ ਹੋਈਆਂ ਤੇ ਬਾਅਦ ਦੇ ਵਿੱਚ ਮਹਾਰਾਜ ਜੀਆਂ ਨੇ ਉਦੋਂ ਸ਼ਿਕਾਰ ਵੀ ਕੀਤਾ ਸੀ ਸ਼ੇਰ ਦਾ। ਆਪ ਕਈ ਵਾਰੀ ਫੋਟੋ ਵੀ ਦੇਖਦੇ ਹੋ ਗੁਰੂ ਹਰਗੋਬਿੰਦ ਪਾਤਸ਼ਾਹ ਦੀ, ਢਾਲ ਦੇ ਨਾਲ ਕਿਰਪਾਨ ਦੇ ਨਾਲ ਸ਼ੇਰ ਦਾ ਖਾਤਮਾ ਕੀਤਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਉੱਥੋਂ ਜਿਹੜਾ ਜਹਾਂਗੀਰ ਨੇ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਗੂੜੀ ਜਿਹੜੀ ਮਿੱਤਰਤਾ ਕਰ ਲਵੋ, ਤੁਸੀਂ ਮੇਰੇ ਮਿੱਤਰ ਹੋ, ਸੱਜਣ ਹੋ। ਤੇ ਜਹਾਂਗੀਰ ਕਹਿਣ ਲੱਗਾ ਚੰਦੂ ਨੂੰ ਕਿ ਉਹ ਤੇ ਮੇਰੇ ਸੱਜਣ ਨੇ, ਮੇਰੇ ਮਿੱਤਰ ਨੇ। ਫਿਰ ਜਿਹੜਾ ਇੱਥੋਂ ਸੱਦਾ ਜਹਾਂਗੀਰ ਨੇ, ਕਿਉਂਕਿ ਜਾਣ ਦੀ ਪ੍ਰਵਾਹ ਸੀ, ਕਰਨਾ ਹੀ ਪੈਣਾ ਸੀ ਸਾਰਾ ਕੁਝ, ਆਪਣੀ ਜਾਣ ਦੀ ਪ੍ਰਵਾਹ ਕੀਤੀ ਤੇ ਜਿਹੜਾ ਸੱਦਾ ਸੀ ਇੱਕ ਚਿੱਠੀ ਦੇ ਰਾਹੀਂ ਭੇਜ ਦਿੱਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਉੱਥੇ ਸੱਦਾ ਭੇਜਦਿਆਂ ਹੋਇਆ ਸੱਦੇ ਦੇ ਵਿੱਚ ਇਹ ਲਿਖਿਆ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਜਲਦੀ ਜੋ ਜਲਦੀ ਦਿੱਲੀ ਆਉਣ, ਦਿੱਲੀ ਆਉਣ, ਉਹਨਾਂ ਦੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਫਿਰ ਮਹਾਰਾਜ ਜੀਆਂ ਨੇ ਇਹ ਗੱਲ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸੀ। ਮਾਤਾ ਗੰਗਾ ਜੀ ਨੂੰ ਇਹ ਗੱਲ ਪਤਾ ਲੱਗੀ। ਮਾਤਾ ਗੰਗਾ ਜੀ ਨੇ ਇਹ ਕਿਹਾ ਕਿ ਮੇਰੇ ਤੋਂ ਜ਼ਿਆਦਾ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਸਿਆਣੇ ਨੇ, ਆਪਾਂ ਉਹਨਾਂ ਕੋਲੋਂ ਰਾਏ ਲੈ ਲੈਂਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਦਿੱਲੀ ਵਿਖੇ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ। ਕਿਉਂਕਿ ਪਹਿਲਾਂ ਗਏ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਿੱਲੀ। ਜਦੋਂ ਦਿੱਲੀ ਗਏ ਸੀ ਤੇ ਉਹ ਵਾਪਸ ਨਹੀਂ ਆਏ। ਗੁਰੂ ਪ੍ਰਿਥੀਆ ਨੇ ਤੇ ਚੰਦੂ ਨੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਸੀ। ਬਾਅਦ ਦੇ ਵਿੱਚ ਸ਼ਹੀਦੀ ਤੋਂ ਬਾਅਦ ਜਦੋਂ ਬਾਬਾ ਬੁੱਢਾ ਸਾਹਿਬ ਜੀ ਨਾਲ ਮਾਤਾ ਗੰਗਾ ਨੇ ਇਹ ਗੱਲ ਕੀਤੀ, ਇਹ ਬਚਨ ਕੀਤੇ ਨਾ ਕਿ ਇਹਨਾਂ ਨੂੰ ਜਹਾਂਗੀਰ ਬਾਦਸ਼ਾਹ ਨੇ ਦਿੱਲੀ ਦੇ ਤਖਤ ਉੱਪਰ ਸੱਜਿਆ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜੀ ਇਹਨਾਂ ਨੂੰ ਬਿਲਕੁਲ ਜਾਣਾ ਚਾਹੀਦਾ ਹੈ। ਉੱਥੋਂ ਦੀਆਂ ਬਾਦਸ਼ਾਹਾਂ, ਉੱਥੋਂ ਦੀਆਂ ਜਿਹੜੀਆਂ ਹਕੂਮਤਾਂ ਨੇ, ਜਿਹੜੇ ਬਾਦਸ਼ਾਹ ਨੇ, ਉਹ ਕੀ ਢਵੰਗ ਰਚ ਰਹੇ ਨੇ ਜਾਂ ਕਿਹੜੀ ਸਾਜ਼ਿਸ਼ ਰਚ ਰਹੇ ਨੇ ਗੁਰੂ ਘਰ ਦੇ ਵਾਸਤੇ। ਤੇ ਮਾਤਾ ਗੰਗਾ ਜੀ ਵੀ ਫਿਰ ਕਹਿਣ ਲੱਗੇ ਜੀ ਠੀਕ ਹੈ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੂੰ ਜਾਣਾ ਚਾਹੀਦਾ ਹੈ ਦਿੱਲੀ ਤਖਤ ਦੇ ਉੱਪਰ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਿੱਲੀ ਜਾਂਦੇ ਨੇ। ਦਿੱਲੀ ਜਦੋਂ ਪਹੁੰਚ ਜਾਂਦੇ ਨੇ ਤੇ ਉੱਥੇ ਇਹ ਗੱਲ ਕਰਦਾ ਜਹਾਂਗੀਰ ਜੀ, ਮੇਰਾ ਇਹ ਤੁਸੀਂ ਥੋੜ੍ਹੇ ਦਿਨ ਰਹਿ ਕਰਕੇ 40 ਦਿਨਾਂ ਦਾ ਜਾਂ ਥੋੜ੍ਹੇ ਚਿਰ ਵਾਸਤੇ, ਕਿਉਂਕਿ ਇੱਥੇ ਗਾੜੀਆਂ ਗੱਲ ਚੱਲਣੀ ਹੈ ਗਵਾਲੀਅਰ ਦੇ ਕਿਲੇ ਦੀ, ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਕਿਉਂਕਿ ਪਹਿਲਾਂ ਹੀ 52 ਰਾਜੇ ਜਿਹੜੇ ਸੀ ਉਹ ਹਕੂਮਤ ਦੇ ਵਿੱਚ ਸਨ, ਕਬਜ਼ੇ ਦੇ ਵਿੱਚ ਸਨ। ਇੱਥੇ ਜਦੋਂ ਗੱਲ ਕਰਦੇ ਨੇ, ਇੱਥੇ ਕਈ ਵਾਰੀ ਕਿਉਂਕਿ ਇਤਿਹਾਸ ਪੜ੍ਹਿਆ ਇਹ ਵੀ ਪਤਾ ਲੱਗਦਾ ਹੈ ਕਿ ਸ਼ਾਇਦ ਜਹਾਂਗੀਰ ਨੂੰ ਨਾ ਪਤਾ ਹੋਵੇ, ਕਿਉਂਕਿ ਉਹਦੇ ਸੱਜਣ ਸਨ ਗੁਰੂ ਹਰਗੋਬਿੰਦ ਜੀ ਮਹਾਰਾਜ। ਇਹ ਜਿੰਨੀ ਵੀ ਖੇਡ ਰਚੀ ਹੈ ਇਹ ਚੰਦੂ ਨੇ ਰਚੀ ਹੈ।
ਇਹ ਜਿੰਨੇ ਵੀ ਸਾਰੇ ਪਖੰਡ ਰਚੇ ਨੇ ਇਹ ਪ੍ਰਿਥੀ ਨੇ ਰਚੇ ਨੇ, ਜਿੰਨੀਆਂ ਵੀ ਸਾਜ਼ਿਸ਼ਾਂ ਰਚੀਆਂ ਨੇ। ਕਿਉਂਕਿ ਪਹਿਲੇ ਦਿਨ ਤੋਂ ਹੀ ਗੁਰੂ ਘਰ ਦੇ ਨਾਲ ਨਫ਼ਰਤ, ਗੁਰੂ ਦੀਆਂ ਆਤਮਿਕ ਜੋਤਾਂ ਦੇ ਨਾਲ ਨਫ਼ਰਤ। ਫਿਰ ਜਿਹੜਾ ਜਹਾਂਗੀਰ ਨੇ ਕਿਹਾ ਕਿ ਤੁਸੀਂ ਇੰਨਾ ਸਮਾਂ ਰਹਿ ਕਰਕੇ ਜਿਹੜਾ ਇਹ ਮੇਰੇ ਨਾਮ ਦਾ ਚਲੀਆ ਕੱਟਣਾ ਹੈ, ਮੇਰੀ ਮੁਕਤੀ ਹੋ ਜਾਵੇ, ਮੇਰੀ ਸਾੜਸਵਤੀ ਜਿਹੜੇ ਮੇਰੇ ਉੱਪਰ ਆਈ ਹੈ ਇਹ ਹਟ ਜਾਵੇ। ਤੇ ਮਹਾਰਾਜ ਕਹਿਣ ਲੱਗੇ ਕਿ ਉੱਦਾਂ ਹੀ ਹਟਾ ਦਿੰਦੇ ਆ, ਕਿਉਂਕਿ ਮਹਾਰਾਜ ਸ਼ਹਿਨਸ਼ਾਹ ਨੇ, ਸਮਰੱਥ ਨੇ, ਹਰ ਇੱਕ ਚੀਜ਼ ਕਰਨ ਦੀ ਸਮਰੱਥਾ ਰੱਖਦੇ ਨੇ। ਕਰਨ ਕਰਾਵਣ ਏਕ ਹੈ ਦੂਸਰਾ ਨਾਹੀਂ ਕੋਈ, ਉਹ ਪਰਮਾਤਮਾ ਕੇਵਲ ਆਪ ਹੀ ਹੈ, ਉਸ ਤੋਂ ਬਗੈਰ ਹੋਰ ਤੇ ਨਹੀਂ ਹੈ ਨਾ ਕੋਈ। ਤੇ ਕਹਿਣ ਲੱਗਾ ਜੀ ਨਹੀਂ, ਇਸੇ ਤਰ੍ਹਾਂ ਨਹੀਂ, ਇਹ ਤੁਹਾਨੂੰ ਰਹਿਣਾ ਪਵੇਗਾ। ਕਹਿੰਦੇ ਕਿ ਤੂੰ ਮੇਰਾ ਸੱਜਣ ਹੈ, ਮੈਂ ਜਾਣਦਾ ਕਿਹੜੀ ਸਾੜਸਵਤੀ ਆਈ ਹੈ ਤੇਰੇ ਉੱਪਰ, ਇਹ ਜਿਨ੍ਹਾਂ ਦੇ ਘਰ ਦੇ ਉੱਪਰ ਆਈ ਹੈ ਨਾ ਆਪੇ ਹਟ ਜਾਵੇਗੀ। ਤੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿ ਤੁਹਾਨੂੰ ਥੋੜ੍ਹੇ ਸਮੇਂ ਦੇ ਵਾਸਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਉਹ ਰਹਿ ਕਰਕੇ ਇਹ ਜਪ ਤਪ ਕਰਨਾ ਪਵੇਗਾ। ਤੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਮਹਾਰਾਜ ਜੀ ਜਾਂਦੇ ਨੇ, ਆਪਣੇ ਚਰਨ ਪਾਉਂਦੇ ਨੇ, ਕਿਉਂਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਜਾਂਦਾ ਸੀ ਨਾ ਉਹ ਸੰਗਤ ਜੀ ਮੁੜ ਕਰਕੇ ਵਾਪਸ ਨਹੀਂ ਸੀ ਆਉਂਦਾ। ਅੱਜ ਤੱਕ ਜਿੰਨੇ ਵੀ ਰਾਜੇ ਗਏ ਗਵਾਲੀਅਰ ਦੇ ਕਿਲੇ ਦੇ ਅੰਦਰ ਉਹ ਮੁੜ ਕਰਕੇ ਨਹੀਂ ਆਏ। ਤੇ ਚੰਦੂ ਨੂੰ ਇਹ ਭੁਲੇਖਾ ਸੀ, ਚੰਦੂ ਨੂੰ ਆਪਣਾ ਵੀ ਡਰ ਸੀ ਕਿ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਨਾ ਹੀ ਮੁੜ ਕੇ ਆਉਣ ਤੇ ਮੇਰਾ ਜਿਹੜਾ ਹੈ ਉਹ ਮੁਕਤੀ ਹੋ ਜਾਵੇ, ਮੈਂ ਬਚ ਜਾਵਾਂ, ਮੇਰੇ ਕੋਲੋਂ ਨਾਮ ਬਦਲਾ ਲਵੇ, ਮੇਰੇ ਕੋਲੋਂ ਆਪਣੇ ਪਿਤਾ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਕੋਈ ਬਦਲਾ ਨਾ ਲੈ ਸਕੇ। ਮਹਾਰਾਜ ਜੀ ਜਾਂਦੇ ਨੇ ਤੇ ਸਾਰਿਆਂ ਨੂੰ ਹੁਣ ਚੰਦੂ ਜ਼ੋਰ ਲਾਉਂਦਾ ਕਿ ਮਹਾਰਾਜ ਕਿਤੇ ਕਿਲੇ 'ਚੋਂ ਬਾਹਰ ਨਾ ਨਿਕਲ ਆਵੇ। ਉੱਥੇ ਇੱਕ ਸਿੱਖ ਹੋਇਆ ਹੈ ਹਰੀਦਾਸ ਨਾਮ ਦਾ, ਜਿਹੜਾ ਦਰੋਗਾ ਸੀ, ਆਪਾਂ ਕਹਿ ਲਈਏ ਇੰਸਪੈਕਟਰ ਇੱਧਰ ਦਾ, ਉਦੋਂ ਸ਼ਬਦ ਵਰਤਿਆ ਜਾਂਦਾ ਸੀ ਦਰੋਗਾ। ਹਰੀਦਾਸ ਜਿਹੜਾ ਉੱਥੇ ਪਹਿਰੇ ਤੇ ਖਲੋਂਦਾ ਸੀ, ਜਿਹੜਾ ਚੌਂਕੀ ਦੇ ਆਪਾਂ ਕਹਿ ਲਈਏ ਚੌਂਕੀਦਾਰ, ਉਹ ਮਹਾਰਾਜ ਜੀਆਂ ਦਾ ਸਿੱਖ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ। ਉਹ ਜਦੋਂ ਜਾਂਦਾ ਹੈ ਬੜੀ ਖੁਸ਼ੀ ਹੁੰਦੀ ਹੈ ਕਿ ਮਹਾਰਾਜ ਗੁਰੂ ਹਰਗੋਬਿੰਦ ਆਣ ਕੇ ਇੱਥੇ ਮੈਨੂੰ ਦਰਸ਼ਨ ਦੇ ਦਿੱਤੇ, ਮੈਂ ਬੜੇ ਚਿਰ ਤੋਂ ਤੜਫਦਾ ਕਿ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰਸ਼ਨ ਕਰਾਂ, ਮੈਨੂੰ ਇੱਥੇ ਹੀ ਦਰਸ਼ਨ ਹੋ ਗਏ। ਤੇ ਬਾਕੀ ਜਿਹੜੇ 52 ਰਾਜੇ ਸੀ ਅੰਦਰ, ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ, ਕਿਉਂਕਿ ਮਹਾਰਾਜ ਜੀਆਂ ਦੇ ਚਿਹਰੇ ਤੇ ਇੱਕ ਖਾਸ ਰੂਪ, ਖਾਸ ਨੂਰ। ਸੰਗਤ ਜੀ ਮਹਾਰਾਜ ਜੀਆਂ ਦੀ ਜਿਹੜੀ ਲੰਬਾਈ ਸੀ, ਜਿਹੜਾ ਕੱਦ ਸੀ, 7.5 ਫੁੱਟ ਸੀ। 7.5 ਫੁੱਟ ਕੱਦ ਕਿਤੇ ਛੋਟਾ ਮੋਟਾ ਨਹੀਂ ਹੁੰਦਾ। ਇੱਥੇ ਸਾਡੇ ਵਿੱਚੋਂ ਕੋਈ ਵੀ ਨਹੀਂ ਹੈਗਾ 7.5 ਫੁੱਟ, ਦਾਸ ਵੀ 6 ਫੁੱਟ ਹੈ। ਜਦੋਂ ਇਹ ਗੱਲ ਚੱਲੀ ਉੱਥੇ ਗਏ, ਉੱਥੇ ਹਾਲਤ ਦੇਖੀ ਮਹਾਰਾਜ ਜੀਆਂ ਨੇ, ਜਿਹੜੇ 52 ਰਾਜੇ ਸੀ ਨਾ, ਉਹਨਾਂ ਦੇ ਸਿਰ ਦੇ ਅੰਦਰ ਕਿਰਮ ਚੱਲੇ ਹੋਏ ਸੀ, ਕਿਰਮ। ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ ਦੇ ਵਿੱਚ ਬੇੜੀਆਂ, ਨਾ ਨਹਾਉਣ ਨੂੰ ਪਾਣੀ, ਨਾ ਧੋਣ ਨੂੰ ਪਾਣੀ। ਉੱਥੇ ਏਡੀ ਹਾਲਤ ਮਾੜੀ ਸੀ। ਤੇ ਉਦੋਂ ਦੇ ਭੋਜਨ ਦੇ ਵਿੱਚ ਕੀ ਕੀਤਾ ਜਾਂਦਾ ਸੀ, ਮਿੱਠਾ ਜ਼ਹਿਰ ਕਰਕੇ ਉਹਨਾਂ ਨੂੰ ਭੋਜਨ ਖਵਾਇਆ ਜਾਂਦਾ ਸੀ, ਮਿੱਠਾ ਜ਼ਹਿਰ ਵਿੱਚ ਪਾ ਕੇ, ਕਿ ਬੰਦੇ ਦਾ ਹੌਲੀ ਹੌਲੀ ਸਰੀਰ ਜਿਹੜਾ ਹੈ ਉਹ ਖਤਮ ਹੁੰਦਾ ਜਾਵੇ। ਉਥੋਂ ਦੇ ਜਿੰਨੇ ਰਾਜੇ ਸੀ ਉਹ ਪਿੰਜਰ ਬਣ ਚੁੱਕੇ ਸੀ, ਸਾਹ ਸੱਤਿਆ ਜਿਹੜੀ ਸੀ ਮੁੱਕ ਚੁੱਕੀ ਸੀ। ਪਰ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਪੈਰ ਪਾਏ, ਫਿਰ ਕੀ ਹੈ, ਸਾਰਿਆਂ ਦੀਆਂ ਰੂਹਾਂ ਖਿੜ ਗਈਆਂ, ਅੰਦਰ ਜੋਸ਼ ਭਰ ਆਏ ਕਿ ਜਿਵੇਂ ਇੱਕ ਚੰਗਾ ਭੋਜਨ ਮਿਲ ਜਾਂਦਾ ਹੈ। ਉਹ ਸ਼ਕਤੀ ਜਿਹੜੀ ਸੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਦੇਖਦਿਆਂ ਹੀ ਪ੍ਰਾਪਤ ਹੋ ਗਈ। ਸਤਿਗੁਰੂ ਜੀਆਂ ਨੇ ਉੱਥੇ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ ਗਵਾਲੀਅਰ ਦੇ ਅੰਦਰ। ਮਹਾਰਾਜ ਜੀਆਂ ਨੇ ਸਤਸੰਗ ਕਰਿਆ ਕਰਨਾ, ਨਾਮ ਜਪਿਆ ਕਰਨਾ, ਉਹਨਾਂ 52 ਨੂੰ ਉਪਦੇਸ਼ ਦਿਆ ਕਰਨਾ। ਉਹ ਜਿਹੜੇ 52, ਕਿਉਂਕਿ ਇੱਥੇ ਕੋਈ ਮਾੜੇ ਮੋਟੇ ਦੀ ਗੱਲ ਨਹੀਂ ਕਿ ਉੱਥੇ ਰਾਜਿਆਂ ਦਾ ਨਾਮ ਮਤਲਬ ਰਾਜੇ, ਜਿਹੜੇ ਜਹਾਂਗੀਰ ਨੇ ਬੜੀ ਮੁਸ਼ਕਲ ਦੇ ਨਾਲ ਉਹ ਰਾਜੇ ਫੜੇ ਸੀ। ਜਹਾਂਗੀਰ ਨੇ ਬੜੀ ਕਰੋਪੀ ਦੇ ਨਾਲ, ਬੜੀਆਂ ਜੰਗਾਂ ਦੇ ਨਾਲ ਆਪਣੇ ਸਿਪਾਹੀ ਲੜਾ ਕਰਕੇ ਫਿਰ ਉਹ ਰਾਜੇ ਫੜੇ ਸੀ। ਉਹ 52 ਰਾਜੇ ਸੀ ਜਿਹੜੇ ਜਹਾਂਗੀਰ ਨੇ ਫੜੇ ਸੀ। 52 ਰਾਜੇ ਸਤਿਗੁਰੂ ਜੀ ਦੇ ਸਤ ਸੰਗੀ ਬਣ ਗਏ, ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਸ਼ਰਨ ਦੇ ਵਿੱਚ ਆਣ ਕਰਕੇ ਸਤ ਸੰਗ ਕਰਿਆ ਕਰਨੀ। ਮਹਾਰਾਜ ਜੀਆਂ ਦੇ ਸਤ ਸੰਗੀ ਬਣ ਗਏ, ਜੁੜ ਕੇ ਇੱਕ ਰਸ ਹੋ ਗਏ, ਇੱਕ ਰੂਪ ਹੋ ਗਏ। ਹੁਣ ਰੋਜ਼ ਤੜਕੇ ਮਹਾਰਾਜ ਜੀ ਉੱਠਦੇ ਨੇ, ਰੋਜ਼ ਸਤ ਸੰਗ ਹੁੰਦਾ ਹੈ। ਤੇ ਜਿਹੜਾ ਚੰਦੂ ਹੈ ਨਾ, ਉਹ ਮਹਾਰਾਜ ਜੀਆਂ ਦੇ ਖਾਣ ਵਾਸਤੇ ਨਾ ਮੋਹਰਾਂ ਭੇਜਦਾ ਹੈ ਕੁਝ,
कि इन्हां मोहरां दा प्रशादा जिहड़ा है महाराज जियां नूं छका दो गुरु हरगोबिंद पातशाह जी नूं। पर गुरु हरगोबिंद पातशाह जी ने इनकार कर दिता, कहंदे मैं इन्हां मोहरां दा प्रशादा नहीं छकना, ये कालियां लहू दे नाल भिजियां मोहरां ने। गुरु हरगोबिंद महाराज जियां दा एक सिख होया है भाई जेठा। महाराज जियां ने भाई जेठे नूं हुक्म लाया कि मेरे सिख जिहड़े ने किरत करके आउणगे, किरत करके जो कमाई करके आउणगे, मैं उहदे नाल प्रशादा छकांगा। ये क्योंकि ये जिहड़ा पहला होया है ना दरोगा, इन्हें पहले ही महाराज जी नूं कहा सी कि एक घर दे खाने दे अंदर जिहड़ा जहर आउंदा है, महाराज जी आप खाना ना छकिओ। क्योंकि महाराज जी दा सिख सी ते उहनूं ये सारी गल दा पता सी। हरिदास इसदा नाम है दरोगे दा। ते फिर जिहड़ा महाराज जी कहण लगे कि तुसीं मेरे जिहड़े प्यारे ने ना भाई जेठा जी, ये किरती करके लैके आउणगे, फिर जिहड़ा मैं वो प्रशादा इन्हां दे हत्थ दा छकांगा। भाई जेठा जी जांदे ने लागे नज़दीक पिंडां दे अंदर, किरत करदे ने, अपनी कमाई करदे ने, मेहनत करदे ने, ते जो उन्हां दी कमाई हुंदी है, जो उन्हां नूं पैसे मिलदे ने ना, वो पैसिਆਂ ਦਾ ਦਸਵੰਧ ਦੇ ਜੋਗ ਕੱਢ ਕਰਕੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਸਤਿਗੁਰੂ ਜੀ ਵਾਸਤੇ ਦਸਵੰਧ ਕੱਢਦੇ ਨੇ। ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸਰਵਣ ਕਰਨਾ ਸੰਗਤ ਜੀ। ਆਪ ਹਰਗੋਬਿੰਦ ਮਹਾਰਾਜ ਜੀਆਂ ਦੇ ਦਰਬਾਰ ਉੱਪਰ ਬਿਰਾਜਮਾਨ ਹੋ। ਸਤਿਗੁਰੂ ਜੀਆਂ ਦੀ ਗੋਦ ਵਿੱਚ ਬੈਠੇ ਆ ਆਪਾਂ ਸਾਰੇ। ਫਿਰ ਜਿਹੜਾ ਹੈ ਉਹ ਕਿਰਤ ਕਰਕੇ ਆਉਣੀ ਸਿੱਖ ਨੇ, ਉਹਦੇ ਵਿੱਚੋਂ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਣਾ। 52 राजे महाराज जियां दे सत संगी बन गए। गुरु हरगोबिंद महाराज जियां दी शरण लैण लग गए, क्योंकि जो शरण आवे तिस कंठ लावे। जिहड़ा भी सतगुरु जियां दी शरण दे विच आउंदा है, महाराज ने अपने कंठ नूं लाया है, अपने गल नूं ला लिया है, घुट करके छाती दे नाल सीने दे नाल लाया है। फिर ये जिहड़ियां चंदू ने फिर भी चालां चलियां। इहदा भोजन वाली कोई चाल नहीं चली, क्योंकि महाराज जियां ने भोजन छकिया ही नहीं। फिर चंदू ने एक चोला तैयार करवाया गुरु हरगोबिंद पातशाह दे लई। वो जिहड़ा चोला सी ना संगत जी, जदों कपड़ा तैयार किया उन्होंने जहर की पुठ दिती गई सी। उस कपड़े नूं जहर की पुठ दिती गई सी। उस चोला जिहड़ा सी चंदू ने तैयार करवाया सी महाराज गुरु हरगोबिंद पातशाह दे लई। ते चंदू ने दसिया, हरिदास जिहड़ा पहरेदार दरोगा सी, इंस्पैक्टर आपां कह लईए, ਉਹਨੂੰ ਕਹਿੰਦਾ जी ये ਜਿਹੜਾ चोला है ना, ये जा करके गुरु हरगोबिंद पातशाह जियां नूं दे दो, ते उन्हां नूं कहण ये ਜਿਹੜਾ चोला है ना, ये पहन लवो आप जी। ते ਉਹ ਤੇ ਹੁਣ गुरु हरगोबिंद पातशाह जियां दे चरनां ਦੀ संगत करदा सी हर रोज़। ਉਹ चोला लैके गया महाराज जियां कोल बड़ी निमरता दे नाल। सतगुरु जियां नूं कहंदा है, सतगुरु जी मेरे दतार पिता गुरु हरगोबिंद साहिब जी महाराज, आप जी जानी जान हो। जदों इन्नी गल कही ना, ते धन गुरु हरगोबिंद साहिब जी महाराज मुस्कुराउण लग पे, ते कहंदे हाँ भी दस हरिदास, की वार्तालाप, की संदेशा लैके आया साडे पास। कहंदा जी मैनू चंदू ने आ चोला भेजिया तुहानू पहनाण दे लई, क्योंकि जदों वो चोला जेकर कोई भी पाउंदा, उहनूं जहर दी पुठ सी। चोला पाउण दे नाल पसीना आउंदा, ते पसीने दे राहीं जिहड़ा जहर सी वो शरीर दे अंदर चला जाना सी। ते कहंदा महाराज जी ये जिहड़ा चोला है ना, ये चंदू ने भेजिया, इहनूं जहर दी पुठ दित्ती है। ते महाराज मुस्कुराउण लग पए, कहंदे कोई गल नहीं, उन्होंने अपना काम कर दिता है, असी अपना काम आप कर रहे हैं। निरंकार परमात्मा वाहिगुरू वो जानी जान है, वो जानदा है। इन्नियां गल्लां होईयां। फिर जिहड़ा भाई जोगा सी ना, उहनूं गुरु घर दे विचों ये वार सी। किहड़ा वार कि वो अपनी आत्मा नूं किसी भी सरूप दे विच लिया करके पेश कर सकदा सी। उहनूं वार मिलिया सी गुरु घर दे विचों भाई जोगे नूं। थोड़े दिन लंघे ते भाई जोगा की करदा, रोज़ रात नूं जहांगीर दे दरबार अंदर तख्त अंदर महल अंदर जांदा है। की करदा है, उत्थे जाके शेर दा रूप धारण कर दिंदा है। संगत जी ये इतिहास जिहड़े ने ये बड़े सुनन वाले ने, क्योंकि अपनी जनरेशन अपने सिख बच्चे अपनियां जवानियां भुलदियां जांदियां ने। असी ये चीज़ां दा त्याग करदे आ, सुनदे नहीं।
ਆਪਾਂ ਕਹਿ ਦਿੰਦੇ ਅਸੀਂ ਦੀਵਾਲੀ ਮਨਾ ਰਹੇ ਹਾਂ, ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਪਰ ਸਾਨੂੰ ਬੰਦੀ ਛੋੜ ਦਿਵਸ ਦਾ ਪਤਾ ਨਹੀਂ ਕਿ ਇਹ ਕਿਉਂ ਮਨਾਇਆ ਜਾਂਦਾ ਹੈ ਜਾਂ ਕਿੱਦਾਂ ਮਨਾਇਆ ਜਾਂਦਾ ਹੈ, ਜਾਂ ਇਹਦੇ ਵਾਸਤੇ ਕੀ ਕੀ ਕਰਨਾ ਪਿਆ ਸਾਡੇ ਗੁਰੂਆਂ ਨੂੰ, ਸਾਡੇ ਵੱਡਿਆਂ ਨੂੰ। ਇਹ ਕਿ ਪਟਾਕੇ ਚਲਾ ਲਏ, ਮਠਿਆਈਆਂ ਖਾ ਲਈਆਂ ਤੇ ਇਤਿਹਾਸ ਦਾ ਪਤਾ ਹੀ ਨਹੀਂ। ਜਦੋਂ ਇਹ ਗੱਲ ਹੋਈ ਨਾ ਸੰਗਤ ਜੀ, ਜਦੋਂ ਉਹ ਭਾਈ ਜੋਗਾ ਜਿਹੜਾ ਸੀ ਮਹਾਰਾਜ ਜੀਆਂ ਦੇ, ਮਾਫ ਕਰਨਾ, ਜਹਾਂਗੀਰ ਦੇ ਦਰਬਾਰ ਅੰਦਰ ਜਾਂਦਾ ਹੈ ਤੇ ਉੱਥੇ ਜਾ ਕੇ ਸ਼ੇਰ ਦਾ ਰੂਪ ਧਾਰਨ ਕਰਦਾ ਹੈ। ਜਹਾਂਗੀਰ ਸੁੱਤਾ ਸੀ, ਰਾਤ 12 ਵਜੇ ਦਾ ਟਾਈਮ ਸੀ। ਸ਼ੇਰ ਦਾ ਰੂਪ ਧਾਰਨ ਕਰਕੇ ਆਪਣਾ ਜਿਹੜਾ ਪੰਜਾ ਹੈ ਨਾ ਸ਼ੇਰ ਨੇ, ਉਹ ਜਹਾਂਗੀਰ ਦੀ ਛਾਤੀ ਉੱਪਰ ਰੱਖਿਆ। ਆਪ ਸਰਵਣ ਕਰਦੇ ਹੋ ਕਈ ਵਾਰੀ ਕਿ ਜਹਾਂਗੀਰ ਦੇ ਉੱਪਰ ਸ਼ੇਰਾਂ ਨੇ ਆਣ ਕਰਕੇ ਛਾਤੀ ਉੱਪਰ ਚੜ੍ਹੇ ਨੇ ਸ਼ੇਰ, ਤੇ ਜਹਾਂਗੀਰ ਉੱਠ ਕਰਕੇ ਭੱਜ ਕੇ ਬੜੀ ਜ਼ੋਰ ਨਾਲ ਮਹਿਲ ਦੇ ਵਿੱਚੋਂ ਬਾਹਰ ਨੂੰ ਦੌੜਿਆ। ਕਹਿੰਦਾ ਜੀ ਮੇਰੇ ਮਹਿਲ ਦੇ ਅੰਦਰ ਸ਼ੇਰ ਆ ਗਿਆ। ਤੇ ਬਾਹਰ ਜਦੋਂ ਸਾਰਿਆਂ ਨੂੰ ਆਣ ਕਰਕੇ ਦੱਸਦਾ ਹੈ, ਸਾਰੇ ਇਕੱਠੇ ਹੁੰਦੇ ਨੇ, ਸਾਰੇ ਦੇਖਦੇ ਨੇ, ਕਿਤੇ ਕੋਈ ਸ਼ੇਰ ਨਹੀਂ ਹੈਗਾ। ਕਿਉਂਕਿ ਇਹ ਜਿਹੜਾ ਭਾਈ ਜੋਗਾ ਸੀ ਇਹੀ ਜੋਤਸ਼ੀ ਬਣ ਕਰਕੇ ਆਇਆ ਸੀ। ਜਦੋਂ ਇਹ ਦੱਸਣ ਆਇਆ ਨਾ, ਇਹ ਬਾਅਦ ਵਿੱਚ ਦੀ ਗੱਲ ਹੈ, ਜਦੋਂ ਭਾਈ ਜੋਗੇ ਨੇ ਇਹ ਸ਼ੇਰ ਦਾ ਪੰਜਾ ਰੱਖਿਆ ਨਾ, ਭੱਜ ਕਰਕੇ ਬਾਹਰ ਨੂੰ ਆਇਆ ਤੇ ਕਹਿਣ ਲੱਗਾ ਜੀ ਮੈਨੂੰ ਸ਼ੇਰ ਨੇ ਫੜ ਲੈਣਾ, ਮੈਨੂੰ ਸ਼ੇਰ ਨੇ ਖਾ ਲੈਣਾ, ਮੈਨੂੰ ਬਚਾ ਲਵੋ। ਤੇ ਬਾਅਦ ਦੇ ਵਿੱਚ ਸਾਰਿਆਂ ਨੂੰ ਦੱਸਦਾ ਉੱਥੇ ਕਿਤੇ ਸ਼ੇਰ ਨਹੀਂ। ਸਾਰੇ ਕਹਿੰਦੇ ਤੈਨੂੰ ਕੋਈ ਭੁਲੇਖਾ ਪਿਆ, ਤੈਨੂੰ ਕੋਈ ਸੁਪਨਾ ਆਇਆ, ਇੱਥੇ ਕੋਈ ਸ਼ੇਰ ਕਿਵੇਂ ਮੜ ਸਕਦਾ ਮਹਿਲ ਦੇ ਅੰਦਰ। ਇੱਕ ਦਿਨ ਲੰਘਿਆ, ਦੂਜੇ ਦਿਨ ਫਿਰ ਇਸੇ ਤਰ੍ਹਾਂ ਹੀ ਭਾਈ ਜੋਗਾ ਜੀ ਜਾਂਦੇ ਨੇ, ਸ਼ੇਰ ਦਾ ਰੂਪ ਧਾਰਨ ਕਰਦੇ ਨੇ, ਫਿਰ ਜਾ ਕੇ ਛਾਤੀ ਦੇ ਉੱਪਰ ਪੰਜਾ ਰੱਖਦੇ ਨੇ। ਫਿਰ ਸਾਰਿਆਂ ਨੂੰ ਦੱਸਦਾ ਹੈ, ਫਿਰ ਦੌੜਦਾ ਹੈ, ਕਹਿੰਦਾ ਜੀ ਠੀਕ ਹੈ, ਮੈਂ ਵੀ ਮੰਨ ਲਿਆ ਸੀ ਕਿ ਸ਼ਾਇਦ ਮੈਨੂੰ ਕੋਈ ਸੁਪਨਾ ਆਇਆ ਜਾਂ ਮੈਨੂੰ ਕੋਈ ਭੁਲੇਖਾ ਪਿਆ। ਇਹ ਸੱਚੀ ਸ਼ੇਰ ਹੈ ਜੋ ਰੋਜ਼ ਆਉਂਦਾ ਹੈ। 3-4 ਦਿਨ ਹੋ ਗਏ ਇਸੇ ਤਰ੍ਹਾਂ ਕਰਦਾ ਰਿਹਾ। ਤੇ ਫਿਰ ਜਹਾਂਗੀਰ ਦੇ ਘਰ ਵਾਲੇ ਵੀ ਕਹਿਣ ਲੱਗ ਗਏ, ਜਿਹੜੀਆਂ ਰਾਣੀਆਂ ਸੀ, ਕਿ ਇਹ ਪਾਗਲ ਹੋ ਗਿਆ ਲੱਗਦਾ, ਇਹਨੂੰ ਕੋਈ ਸਦਮਾ ਲੱਗ ਚੁੱਕਾ, ਇਹਦੇ ਉੱਪਰ ਕਿਸੇ ਦੀ ਕੋਈ ਛਾਇਆ ਹੋ ਚੁੱਕੀ ਹੈ। ਜਦੋਂ ਐਸੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾ, ਫਿਰ ਜਿਹੜਾ ਭਾਈ ਜੋਗਾ ਸ਼ੇਰ ਦਾ ਰੂਪ ਧਾਰਨ ਕਰਕੇ ਆਉਂਦਾ ਸੀ, ਉਹੋ ਹੀ ਭਾਈ ਜੋਗਾ ਸਿਆਣਾ ਜੋਤਸ਼ੀ ਬਣ ਕੇ ਆਇਆ। ਤੇ ਇਹ ਜਿਹੜਾ ਫਿਰ ਜਹਾਂਗੀਰ ਸੀ, ਇਹ ਪੁੱਛਣ ਲੱਗਾ ਕਿ ਮੈਨੂੰ ਕੀ ਉਪਾਅ ਕਰਨਾ ਚਾਹੀਦਾ। ਉਸ ਵੇਲੇ ਦੱਸਿਆ ਜਾਂਦਾ ਕਿ ਸਾਈਂ ਮੀਆਂ ਮੀਰ ਜੀ ਵੀ ਇੱਥੇ ਪਹੁੰਚੇ ਦਿੱਲੀ ਤਖਤ ਦੇ ਉੱਪਰ। ਉਹਨਾਂ ਵੀ ਆਣ ਕਰਕੇ ਫਿਰ ਇਹਨੂੰ ਜਹਾਂਗੀਰ ਨੂੰ ਸਮਝਾਇਆ। ਕੀ ਸਮਝਾਉਣਾ ਕੀਤਾ ਕਿ ਜਿਹੜਾ ਜਹਾਂਗੀਰ ਹੈ ਨਾ, ਉਹਨੇ ਜਦੋਂ ਪੁੱਛਿਆ ਜੋਤਸ਼ੀ ਪਾਸੋਂ ਕਿ ਇਹ ਮੇਰੇ ਉੱਪਰ ਇਹ ਐਸਾ ਕਿਉਂ ਵਰਤ ਰਿਹਾ, ਇਹ ਛਾਇਆ ਜਿਹੜੀ ਹੈ ਜਾਂ ਜੋ ਵੀ ਕਹਿ ਲਈਏ, ਇਹ ਕਿਉਂ ਵਰਤ ਰਹੀ ਹੈ, ਇਹ ਕਿਵੇਂ ਹਟੇਗੀ। ਜਦੋਂ ਇਹ ਕਿਹਾ ਨਾ ਇਹ ਕਿਵੇਂ ਹਟੇਗੀ, ਤੇ ਜੋਤਸ਼ੀ ਜਿਹੜਾ ਸੀ ਉਹ ਭਾਈ ਜੋਗਾ ਹੀ ਸੀ, ਗੁਰੂ ਦਾ ਸਤਸੰਗੀ, ਗੁਰੂ ਦਾ ਸੇਵਕ। ਤੇ ਉਹ ਕਹਿਣ ਲੱਗਾ ਜੀ ਇਹ ਤੇਰੇ ਉੱਪਰ ਛਾਇਆ ਹੀ ਰਹਿਣੀ ਹੈ, ਤੇਰੇ ਉੱਪਰ ਦੁੱਖ ਆਉਣੇ ਆਉਣੇ ਨੇ। ਉਹ ਕਹਿੰਦਾ ਕਿਉਂ? ਕਹਿੰਦਾ ਤੂੰ ਦੁਨੀਆ ਦੇ ਮਾਲਕ, ਸ਼ਹਿਨਸ਼ਾਹ, ਦਾਤਾਰ, ਪਿਤਾ, ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ, ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਕਹਿੰਦਾ ਇਹਦਾ ਕੀ ਮੈਂ ਹੱਲ ਕਰਾਂ? ਉਹ ਕਹਿਣ ਲੱਗਾ ਭਾਈ ਜੋਗਾ ਕਿ ਮਹਾਰਾਜ ਜੀਆਂ ਨੂੰ ਰਿਹਾ ਕਰ ਦੇਵੋ। ਜਦੋਂ ਮਹਾਰਾਜ ਜੀ ਨੂੰ ਰਿਹਾ ਕਰੇਗਾ ਫਿਰ ਹੀ ਤੇਰੀਆਂ ਇਹ ਦੁੱਖ ਤਕਲੀਫਾਂ ਜਿਹੜੀਆਂ ਨੇ ਨਿਕਲਣਗੀਆਂ। ਅਜੇ ਵੀ ਇਹਨੂੰ ਯਕੀਨ ਨਹੀਂ ਆਇਆ, ਅਜੇ ਵੀ ਇਹ ਗੱਲ ਨਹੀਂ ਸਮਝਦਾ। ਫਿਰ ਇਹਨੇ ਸਾਈਂ ਮੀਆਂ ਮੀਰ ਜੀ ਕੋਲ ਪੁੱਛਿਆ। ਮੀਆਂ ਮੀਰ ਜੀ ਕਹਿੰਦੇ ਮੈਂ ਬ੍ਰਹਮ ਗਿਆਨੀ ਦੀ ਸੰਗਤ ਕੀਤੀ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਐਸੀ ਅਵਸਥਾ, ਅੱਲਾ ਦਾ ਰੂਪ ਤੂੰ ਅੰਦਰ ਕਰਕੇ ਕੈਦ ਕਰਕੇ ਰੱਖਿਆ ਤੇ ਤੂੰ ਸੁਖੀ ਕਿੱਦਾਂ ਹੋਵੇਂਗਾ। ਫਿਰ ਜਿਹੜਾ ਜਹਾਂਗੀਰ ਇੱਕ ਦੋ ਪਾਸੋਂ ਇਹ ਸਲਾਹ ਲੈਂਦਾ ਹੈ ਤੇ ਫਿਰ ਜਿਹੜਾ ਇਹ ਆਪਣੇ ਕਾਗਜ਼ ਪੱਤਰ ਆਪਣੇ ਬਾਦਸ਼ਾਹ ਜਿਹੜਾ ਛੋਟਾ ਇਹਦਾ ਨੌਕਰ ਸੀ ਉਹਨੂੰ ਦੇ ਦਿੰਦਾ ਹੈ। ਉਹਨੂੰ ਕਹਿੰਦਾ ਜੀ ਠੀਕ ਹੈ ਜੀ, ਤੁਸੀਂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਜਿਹੜਾ ਰਿਹਾ ਕਰ ਦੇਵੋ, ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਛੱਡ ਦੇਵੋ। ਤੇ ਉਹ ਜਦੋਂ ਜਾਂਦਾ ਹੈ ਨਾ ਇਹਦਾ ਨੌਕਰ, ਇਹ ਜਾ ਕਰਕੇ, ਕਿਉਂਕਿ ਉਹ ਵੀ ਇਹਦਾ ਛੋਟਾ ਮੋਟਾ ਕੋਈ ਵਜ਼ੀਰ ਸੀ ਅੱਗੇ, ਉਹ ਜਦੋਂ ਜਾ ਕਰਕੇ ਵਜ਼ੀਰ ਗਵਾਲੀਅਰ ਦੇ ਕਿਲੇ ਵਿੱਚ ਮਹਾਰਾਜ ਨੂੰ ਕਹਿੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਬਾਦਸ਼ਾਹ ਨੇ ਤੁਹਾਡੀ ਜਿਹੜੀ ਹੈ ਇਹ ਰਿਹਾਈ ਕਰ ਦਿੱਤੀ ਹੈ, ਤੁਸੀਂ ਜਿਹੜਾ ਹੁਣ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆ ਜਾਵੋ, ਤੁਹਾਨੂੰ ਛੱਡ ਦਿੱਤਾ ਜਹਾਂਗੀਰ ਨੇ।
ਜਦੋਂ ਇੰਨੀ ਗੱਲ ਕਹੀ ਨਾ, ਮਹਾਰਾਜ ਜੀ ਕਹਿੰਦੇ ਅਸੀਂ ਤਾਂ ਨਹੀਂ ਬਾਹਰ ਆਵਾਂਗੇ ਇਕੱਲੇ। ਕਹਿੰਦੇ ਜਿਹੜੇ ਸਾਡੇ ਨਾਲ 52 ਨੇ ਇਹ ਸਾਡੇ ਸਤ ਸੰਗੀ ਬਣ ਚੁੱਕੇ ਨੇ, ਅਸੀਂ ਇਹਨਾਂ ਨੂੰ ਆਪਣੇ ਕੰਠ ਦੇ ਨਾਲ ਲਾਇਆ ਹੈ, ਇਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਹੈ। ਆਪਾਂ ਵੀ ਅਰਦਾਸ ਕਰੀਏ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਦਰਬਾਰ ਅੰਦਰ ਸੱਜ ਕਰਕੇ ਬੈਠੇ ਹਾਂ ਕਿ ਸਤਿਗੁਰੂ ਜੀ ਸਾਨੂੰ ਵੀ ਕੰਠ ਲਾਵੋ, ਕਿਉਂਕਿ ਇਹ ਬਿਰਧ ਹੈ ਮਹਾਰਾਜ ਜੀਆਂ ਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜੇ ਸਤਿਗੁਰੂ ਜੀਆਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਨਾ, ਮਹਾਰਾਜ ਉਹਨਾਂ ਨੂੰ ਆਪਣੇ ਕੰਠ ਦੇ ਨਾਲ ਲਾਉਂਦਾ ਹੈ। ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ। ਸਤਿਗੁਰ ਕਹਿੰਦੇ ਨੇ ਇਹ ਰਾਜੇ ਨਹੀਂ ਰਹੇ, ਇਹ ਤੇ ਮੇਰੇ ਸਤ ਸੰਗੀ ਨੇ, ਤੇ ਇਹਨਾਂ ਨੂੰ ਮੈਂ ਆਪਣੇ ਕੰਠ ਦੇ ਨਾਲ ਲਾਇਆ ਹੈ। ਮੈਂ ਤੇ ਇਹਨਾਂ ਨੂੰ ਛੱਡ ਕਰਕੇ ਕਦੀ ਨਹੀਂ ਜਾਵਾਂਗਾ, ਮੈਂ ਬਾਹਰ ਨਹੀਂ ਆਵਾਂਗਾ ਇਕੱਲਾ। ਇਹੀ ਗੱਲ ਜਾ ਕਰਕੇ ਫਿਰ ਵਜ਼ੀਰ ਨੂੰ ਦੱਸ ਦਿੱਤੀ, ਜਹਾਂਗੀਰ ਬਾਦਸ਼ਾਹ ਨੂੰ ਦੱਸ ਦਿੱਤੀ। ਵਜ਼ੀਰ ਨੇ ਕਹਿਣ ਲੱਗਾ ਜੀ ਗੁਰੂ ਪਾਸ ਮੈਂ ਗਿਆ ਸੀ, ਗੁਰੂ ਹਰਗੋਬਿੰਦ ਮਹਾਰਾਜ ਜੀ ਪਾਸ, ਤੇ ਉਹ ਕਹਿੰਦੇ ਨੇ ਅੱਗੋਂ ਜੀ ਜਿੰਨਾ ਤੱਕ ਇਹ ਨਾਲ ਮੇਰੇ ਨਹੀਂ ਜਾਂਦੇ ਉਹਨਾਂ ਤੱਕ ਮੈਂ ਜਿਹੜਾ ਬਾਹਰ ਨਹੀਂ ਆਵਾਂਗਾ। ਹੁਣ ਮੌਤ ਦਾ ਡਰ ਹੈ ਆਪਣੀ ਦਾ, ਰੋਜ਼ ਸ਼ੇਰ ਜਾ ਕੇ ਉੱਤੇ ਚੜ੍ਹਦਾ ਛਾਤੀ ਦੇ ਉੱਪਰ, ਡਰਦਾ, ਕਿਉਂਕਿ ਸ਼ੇਰ ਦਾ ਡਰ ਥੋੜ੍ਹਾ ਬਹੁਤ ਨਹੀਂ ਹੁੰਦਾ, ਆਪਾਂ ਗੱਲ ਤੇ ਕਰੀ ਜਾਂਦੇ ਆ ਨਾ, ਬਹੁਤ ਭੈ ਹੁੰਦਾ ਸ਼ੇਰ ਦਾ। ਤੇ ਜਦੋਂ ਜਾ ਕਰਕੇ ਇਹ ਗੱਲ ਕਹੀ ਤੇ ਜਹਾਂਗੀਰ ਬਾਦਸ਼ਾਹ ਬੜੀ ਖਾਮੋਸ਼ੀ ਦੇ ਵਿੱਚ ਆ ਗਿਆ। ਕਹਿੰਦਾ ਇਹ ਜਿਹੜੇ ਰਾਜੇ ਮੈਂ ਫੜੇ ਨੇ ਨਾ 52, ਇਹ ਕਿਤੇ ਐਵੇਂ ਥੋੜ੍ਹੀ ਫੜੇ ਨੇ, ਮੇਰੀਆਂ ਫੌਜਾਂ ਜਿਹੜੀਆਂ ਨੇ ਕਿੰਨੀਆਂ ਕਿੰਨੀਆਂ ਮੈਂ ਆਪਣੀਆਂ ਫੌਜਾਂ ਖਤਮ ਕੀਤੀਆਂ, ਕਿੰਨਾ ਕਿੰਨਾ ਮੈਂ ਆਪਣਾ ਧਨ ਦੌਲਤ ਲਾ ਦਿੱਤਾ, ਫਿਰ ਜਾ ਕੇ ਇਹ ਮੈਂ ਰਾਜਿਆਂ ਨੂੰ ਫੜਿਆ। ਤੇ ਤੁਸੀਂ ਕਹਿੰਦੇ ਹੋ ਜੀ ਇਹ ਰਾਜੇ ਜਿਹੜੇ ਨੇ ਮਹਾਰਾਜ ਜੀ ਨਾਲ ਹੀ ਰਿਹਾ ਕਰ ਦੇਵੋ। ਜਹਾਂਗੀਰ ਕਹਿੰਦਾ ਕਿ ਬੜਾ ਸੋਚਦਾ ਰਿਹਾ 1-2 ਦਿਨ ਵਾਸਤੇ, ਬੜਾ ਸੋਚਿਆ ਜਹਾਂਗੀਰ ਨੇ। ਉਧਰ ਸੰਗਤ ਜੀ ਮੈਂ ਆਪਣਾ ਧਿਆਨ ਥੋੜ੍ਹਾ ਜਿਹਾ ਤੁਹਾਡਾ ਸ੍ਰੀ ਅੰਮ੍ਰਿਤਸਰ ਵਿਖੇ ਲੈ ਆਵਾਂ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੀ, ਤੇ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਪੁੱਛਦੀਆਂ ਨੇ ਕਿ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰਸ਼ਨ ਨਹੀਂ ਹੋਏ, ਇੰਨੇ ਦਿਨ ਹੋ ਗਏ, ਮਹਾਰਾਜ ਜੀਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਜਹਾਂਗੀਰ ਨੇ, ਅਸੀਂ ਦਰਸ਼ਨ ਹੀ ਨਹੀਂ ਕੀਤੇ। ਬਾਬਾ ਬੁੱਢਾ ਜੀ ਨੂੰ ਕਹਿੰਦੇ ਤੁਸੀਂ ਪਤਾ ਲੈ ਕੇ ਆਵੋ। ਹੁਣ ਜਿਹੜੀਆਂ ਆਪਾਂ ਸ਼ਬਦ ਵਰਤੇ ਆਂ ਦੀ ਚੌਂਕੀਆਂ, ਝੰਡੇ ਬੂੰਗੇ ਜੁਗੋ ਜੁਗ ਅਟਲ, ਇਹ ਜਿਹੜੀਆਂ ਨੇ ਸਾਡਾ ਇਤਿਹਾਸ ਹੈ, ਆਪਾਂ ਇਕੱਲੀ ਅਰਦਾਸ ਨਾ ਕਰਿਆ ਕਰੀਏ, ਸਮਝਿਆ ਵੀ ਕਰੀਏ। ਚੌਂਕੀਆਂ ਉਹ ਹੁੰਦੀਆਂ ਨੇ, ਇੱਕ ਤੇ ਚੌਂਕੀ ਹੁੰਦੀ ਹੈ ਚੌਂਕੜੀ, ਇੱਕ ਚੌਂਕੀ ਹੁੰਦੀ ਹੈ ਜਿਹਦੇ ਉੱਪਰ ਬੀਬੀਆਂ ਬੈਠ ਕਰਕੇ ਕੰਮ ਕਰਦੀਆਂ ਨੇ, ਇੱਕ ਚੌਂਕੀ ਹੁੰਦੀ ਹੈ ਜਿੱਥੇ ਸਤਸੰਗ ਕੀਤਾ ਜਾਂਦਾ ਹੈ, ਹਾਜ਼ਰੀ ਭਰੀ ਜਾਂਦੀ ਹੈ। ਦਰਬਾਰ ਸਾਹਿਬ ਦੇ ਅੰਦਰ 3-4 ਚੌਂਕੀਆਂ ਨਿਕਲਦੀਆਂ ਨੇ, ਅੰਮ੍ਰਿਤ ਵੇਲੇ ਦੀ ਚੌਂਕੀ, ਸੰਧਿਆ ਦੇ ਵੇਲੇ ਦੀ ਚੌਂਕੀ, ਦੁਪਹਿਰ ਦੀ ਚੌਂਕੀ, ਇੱਥੇ ਵਿੱਚ ਪਾਠ ਕੀਤਾ ਜਾਂਦਾ ਹੈ। ਚੌਂਕੀਆਂ ਕੀ ਸੀ? ਇੱਕ ਵਾਰ, ਕਿਉਂਕਿ ਆਪਣੀਆਂ ਇਤਿਹਾਸਿਕ 2 ਚੌਂਕੀਆਂ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਹੀ 2 ਚੌਂਕੀਆਂ ਕੱਢੀਆਂ ਨੇ। ਜਦੋਂ ਮਹਾਰਾਜ ਜੀ ਮਾਲਵੇ ਵਿਖੇ ਗਏ ਸਨ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਤੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਚਿੱਠੀ ਭੇਜੀ ਸੀ ਮਹਾਰਾਜ ਜੀਆਂ ਨੂੰ ਕਿ ਸਤਿਗੁਰੂ ਜੀ ਸੰਗਤਾਂ ਬਹੁਤ ਵੈਰਾਗ ਕਰਦੀਆਂ ਨੇ, ਵਿਰਲਾਪ ਕਰ ਰਹੀਆਂ ਨੇ ਕਿ ਤੁਸੀਂ ਦਰਸ਼ਨ ਦੇਵੋ ਆਣ ਕਰਕੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਸ਼ਬਦ ਜਿਹੜਾ ਹੈ ਨਾ ਇਹਨੂੰ ਆਪਣੇ ਹਿਰਦੇ ਦੇ ਵਿੱਚ ਵਿਛਾ ਕੇ ਰੱਖੋ, ਇਹੀ ਜਿਹੜੀ ਚੌਂਕੀ ਹੈ ਇਹਦੇ ਵਿੱਚੋਂ ਹੀ ਮੇਰੇ ਦਰਸ਼ਨ ਹੋਣਗੇ। ਆਪਾਂ ਸ਼ਬਦ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਫਿਰ ਪੜ੍ਹੋ ਜੀ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਇਹ ਜਦੋਂ ਇਹ ਸ਼ਬਦ ਕੀਤੇ ਤੇ ਉਦੋਂ ਪਹਿਲੀ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਨੇ ਕੱਢੀ ਸੀ ਦਰਬਾਰ ਸਾਹਿਬ ਦੇ ਅੰਦਰ। ਤੁਹਾਡਾ ਮੈਂ ਥੋੜ੍ਹਾ ਜਿਹਾ ਧਿਆਨ ਦਿਵਾਉਣਾ ਚਾਹੂੰਗਾ, ਜਿਹੜੇ ਦਰਬਾਰ ਸਾਹਿਬ ਦਰਸ਼ਨ ਕਰਦੇ ਨੇ ਤੁਸਾਂ ਨੇ ਦੇਖਿਆ ਹੋਵੇਗਾ ਕੁਝ 4-5 ਬਜ਼ੁਰਗ, ਤਿੰਨਾਂ ਦੇ ਪਿੱਛੇ ਕੋਈ 10-15 ਜਾਣੇ ਇੰਨੇ ਕੁ ਹੁੰਦੇ ਨੇ ਸੰਗਤ, ਕਿਉਂਕਿ ਜੁੜਦੀ ਨਹੀਂ ਉਹਨਾਂ ਦੇ ਨਾਲ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਉਸ ਸਮੇਂ ਤੇ ਚੌਂਕੀ ਕੱਢੀ ਸੀ ਨਾ, ਉਹ ਚੌਂਕੀ ਅੱਜ ਵੀ ਦਰਬਾਰ ਸਾਹਿਬ ਨਿਕਲਦੀ ਹੈ, ਪਰਿਕਰਮਾ ਕਰਦੀ ਹੈ। ਉਹ ਚੌਂਕੀ ਦੇ ਅੰਦਰ ਜਿਹੜਾ ਕੋਈ ਸ਼ਰਧਾ ਭਾਵਨਾ ਦੇ ਨਾਲ ਸ਼ਬਦ ਪੜ੍ਹਦਾ ਹੈ, ਕਿਉਂਕਿ ਉਹਨਾਂ ਦੀ ਸ਼ਬਦ ਪੜ੍ਹਨ ਦੀ ਤਰਜ਼ ਵੱਖਰੀ ਹੈ। ਉਹ ਬਜ਼ੁਰਗ ਜਿਹੜੇ ਸ਼ਬਦ ਪੜ੍ਹਦੇ ਨੇ ਨਾ, ਗੁੜਕੇ ਉਹਨਾਂ ਦੇ ਹੱਥ ਵਿੱਚ ਹੁੰਦੇ ਨੇ, ਅਸੀਂ ਕਹਿ ਦਿੰਦੇ ਹਾਂ ਕਿ ਐਵੇਂ ਹੀ ਇਹ ਬਜ਼ੁਰਗ ਪੜ੍ਹਦੇ ਨੇ ਸ਼ਬਦ, ਪਰ ਉਹ ਜਿਹੜੀ ਚੌਂਕੀ ਹੈ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੀ ਚਲਾਈ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਚਲਾਈ ਹੈ। ਉਹ ਚੌਂਕੀ ਜਦੋਂ ਕੱਢਦੇ ਨੇ, ਇੱਕ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਬਜ਼ੁਰਗ ਦੇ ਅੰਦਰ, 3-4 ਬਜ਼ੁਰਗ ਸ਼ਬਦ ਪੜ੍ਹਦੇ ਨੇ, ਪਿੱਛੇ 5-7 ਜਾਣੇ ਸੰਗਤ ਹੁੰਦੀ ਹੈ। ਦਰਬਾਰ ਸਾਹਿਬ ਦੀ ਚੌਂਕੀ ਕਰਦੇ ਨੇ
ਤੇ ਸਰੋਵਰ ਦੀ ਚੌਂਕੀ, ਇਹ ਚੌਂਕੀਆਂ ਦੋਵੇਂ ਵੱਖਰੀਆਂ ਵੱਖਰੀਆਂ ਨੇ। ਦਰਬਾਰ ਸਾਹਿਬ ਦੀ ਅਲੱਗ ਹੈ, ਦਰਬਾਰ ਦੀ ਹਰਿਮੰਦਰ ਦੀ ਚੌਂਕੀ ਉੱਥੇ ਵੀ ਪਰਿਕਰਮਾ ਹੈ, ਤੇ ਸਰੋਵਰ ਦੀ ਚੌਂਕੀ ਅਲੱਗ ਹੈ। ਸਰੋਵਰ ਦੀ ਚੌਂਕੀ ਕਰਕੇ, ਹਰਿਮੰਦਰ ਦੀ ਚੌਂਕੀ ਕਰਕੇ, ਫਿਰ ਮੁੱਖ ਦਰਬਾਰ ਦੇ ਅੰਦਰ, ਮੁੱਖ ਗੇਟ ਦੇ ਅੰਦਰ ਜਦੋਂ ਆਉਂਦੇ ਨੇ ਨਾ, ਕਦੇ ਵਾਸਤੇ ਵੀ ਹਰਿਮੰਦਰ ਦੇ ਅੰਦਰ ਕੀਰਤਨ ਬੰਦ ਨਹੀਂ ਹੁੰਦਾ। ਅਰਦਾਸ ਤੋਂ ਇਲਾਵਾ, ਹੁਕਮਨਾਮੇ ਸਾਹਿਬ ਤੋਂ ਇਲਾਵਾ ਕੀਰਤਨ ਲਗਾਤਾਰ ਚੱਲਦਾ ਹੈ। ਪਰ ਜਦੋਂ ਇਹ ਚੌਂਕੀ ਆਉਂਦੀ ਹੈ, ਆਣ ਕਰਕੇ ਸਾਰੇ ਜਣੇ ਖੜ ਜਾਂਦੇ ਨੇ ਦਰਬਾਰ ਦੇ ਅੰਦਰ, ਅੰਦਰ ਨਹੀਂ ਖੜਦੇ, ਬਾਹਰ ਖੜਦੇ ਨੇ ਗੇਟ ਦੇ ਮੂਹਰੇ, ਉਸੇ ਵੇਲੇ ਕੀਰਤਨ ਬੰਦ ਹੋ ਜਾਂਦਾ ਹੈ। ਫਿਰ ਇਹ ਸ਼ਬਦ ਜਿਹੜੇ ਨੇ ਫਿਰ ਦਰਬਾਰ ਦੇ ਅੰਦਰ ਸਾਹਮਣੇ ਪੜ੍ਹੇ ਜਾਂਦੇ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ। ਉਸੇ ਰੀਤ ਦੇ ਨਾਲ ਜੋ ਗੁਰੂ ਬਾਬਾ ਬੁੱਢਾ ਸਾਹਿਬ ਜੀ ਤੇ ਜੋ ਗੁਰੂ ਭਾਈ ਗੁਰਦਾਸ ਜੀ ਪੜ੍ਹਦੇ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਦੇਸ਼ ਤੋਂ ਇਹ ਚੱਲਦੀ ਆ ਰਹੀ ਹੈ ਰੀਤ। ਫਿਰ ਉਹ ਅਰਦਾਸ ਕੀਤੀ ਜਾਂਦੀ ਹੈ। ਸੰਗਤ ਜੀ ਜਿਹੜਾ ਜਿਹੜਾ ਵੀ ਇਸ ਚੌਂਕੀ ਦੇ ਅੰਦਰ ਹਾਜ਼ਰ ਹੁੰਦਾ ਹੈ, ਕਿਉਂਕਿ ਰੋਜ਼ਾਨਾ ਹੀ ਜਿਹੜੇ ਸਿੱਖ ਨੇ ਜਿਨ੍ਹਾਂ ਨੂੰ ਪ੍ਰੇਮ ਹੈ, ਉਹ ਇਸ ਚੌਂਕੀ ਦੇ ਅੰਦਰ ਹਾਜ਼ਰੀ ਭਰਦੇ ਨੇ। ਪੱਕੇ ਪੱਕੇ ਉਹ ਬਜ਼ੁਰਗ ਨੇ। ਜਿਹੜਾ ਵੀ ਹਾਜ਼ਰੀ ਭਰਦਾ ਹੈ ਮਨ ਨਾਲ, ਤਨ ਨਾਲ, ਗੁਰੂ ਹਰਗੋਬਿੰਦ ਮਹਾਰਾਜ ਜੀ ਉਹਨਾਂ ਨੂੰ ਪ੍ਰਤੱਖ ਦਰਸ਼ਨ ਦਿੰਦੇ ਨੇ। ਗੁਰੂ ਹਰਗੋਬਿੰਦ ਮਹਾਰਾਜ ਜੀ ਉਸ ਵਿੱਚ ਪ੍ਰਤੱਖ ਵਰਤ ਰਹੇ ਹੁੰਦੇ ਨੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਇਹ ਚੌਂਕੀ ਨੂੰ ਕਿਤੇ ਐਵੇਂ ਨਾ ਜਾਣਿਓ। ਫਿਰ ਇੱਕ ਜਿਹੜੀ ਚੌਂਕੀ ਸੀ, ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਸੀ, ਬਾਬਾ ਬੁੱਢਾ ਸਾਹਿਬ ਜੀ ਲੈ ਕੇ ਗਏ, ਹੱਥ ਵਿੱਚ ਇੱਕ ਜਗ ਦੀ ਮਿਸਾਲ ਹੈ। ਪਿੱਛੇ ਸੰਗਤਾਂ ਦੇ ਕਾਫਲੇ ਨੇ, ਪਿੰਡਾਂ ਵਿੱਚੋਂ ਜਾਂਦੇ ਹੋਏ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਨਾਲ ਨੇ, ਗਵਾਲੀਅਰ ਦੇ ਕਿਲੇ ਗਏ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਹੋਰ ਸੰਗਤਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ। ਉਹ ਕੀ ਕਰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਘੁੰਮਦੇ ਨੇ ਗਵਾਲੀਅਰ ਦੇ ਕਿਲੇ ਦੇ ਦੁਆਲੇ, ਆਲੇ ਦੁਆਲੇ ਸਾਰੀ ਸੰਗਤ ਘੁੰਮਦੀ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਗੇਟ ਦੇ ਸਾਹਮਣੇ ਆ ਕੇ ਨਾ, ਗਵਾਲੀਅਰ ਕਿਲੇ ਦਾ ਜੋ ਗੇਟ ਹੈ, ਆ ਕੇ ਕੰਧ ਨੂੰ ਨਮਸਕਾਰ ਕਰਦੇ ਨੇ, ਕੰਧ ਨੂੰ ਚੁੰਮਦੇ ਨੇ। ਤੇ ਜਿਹੜਾ ਉੱਥੋਂ ਦਾ ਦਰੋਗਾ ਹੈ ਨਾ, ਹਰੀਦਾਸ, ਉਹ ਪੁੱਛਦਾ ਹੈ, ਕਹਿੰਦਾ ਉਹ ਬਜ਼ੁਰਗੋ ਇਹ ਕੀ ਕਰ ਰਹੇ ਹੋ, ਕਿਉਂ ਕਿਲੇ ਦੀਆਂ ਕੰਧਾਂ ਚੁੰਮੀ ਜਾ ਰਹੇ ਹੋ, ਅੰਦਰ ਤੇ ਕਹਿਰ ਵਰਤ ਰਿਹਾ। ਤੇ ਫਿਰ ਜਿਹੜੇ ਮਹਾਰਾਜ ਜੀ, ਬਾਬਾ ਬੁੱਢਾ ਸਾਹਿਬ ਜੀ ਅੱਗੋਂ ਇਹ ਦੱਸਦੇ ਨੇ ਕਿ ਕਹਿੰਦੇ ਅਸੀਂ ਇੰਨੀ ਦੂਰੋਂ ਚੱਲ ਕਰਕੇ ਆਏ ਹਾਂ ਕਿ ਇਸ ਕਿਲੇ ਦੇ ਅੰਦਰ ਸ਼ਾਇਦ ਸਾਡਾ ਥੋੜ੍ਹਾ ਹੀ ਫਾਸਲਾ, ਇੱਕ ਕੰਧ ਦਾ ਵਿੱਚ ਫਾਸਲਾ ਹੈ, ਅੜਿੱਕਾ ਹੈ, ਇਸ ਕੰਧ ਤੋਂ ਪਰੇ ਸ਼ਹਿਨਸ਼ਾਹ ਦਾ ਤਾਰ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਬੈਠੇ ਨੇ। ਅਸੀਂ ਤਿੰਨਾਂ ਨੂੰ ਨਮਸਕਾਰ ਕਰਦੇ ਹਾਂ। ਉੱਥੋਂ ਵਾਪਸ ਚਲੇ ਗਏ। ਤੇ ਫਿਰ ਜਦੋਂ ਜਹਾਂਗੀਰ ਨੇ ਇਹ ਗੱਲ ਕੀਤੀ ਕਿ ਹੁਣ 52 ਰਾਜਿਆਂ ਨੂੰ ਮੈਂ ਨਹੀਂ ਛੱਡ ਸਕਦਾ, ਉਹਨੇ ਸੋਚਣ ਤੋਂ ਬਾਅਦ ਇਹ ਸਾਜ਼ਿਸ਼ ਰਚੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਇਹ ਕਹਿ ਦੇਵੋ ਕਿ ਮੈਂ ਸਾਰਿਆਂ ਨੂੰ ਨਹੀਂ ਛੱਡ ਸਕਦਾ, 52 ਰਾਜਿਆਂ ਨੂੰ। ਜੇਕਰ ਤੁਸੀਂ ਖੜਨਾ ਹੈ ਕਿਸੇ ਨੂੰ, ਜਿੰਨੀਆਂ ਤੁਹਾਡੇ ਚੋਲੇ ਦੇ ਅੰਦਰ ਕਲੀਆਂ ਨੇ, ਜਿੰਨੀਆਂ ਤੁਹਾਡੇ ਚੋਲੇ ਦੇ ਅੰਦਰ ਕਲੀਆਂ ਨੇ, ਤਿੰਨਾਂ ਇੱਕ ਇੱਕ ਕਲੀ ਨੂੰ ਫੜ ਕਰਕੇ ਜਿੰਨੇ ਰਾਜੇ ਬਾਹਰ ਆ ਜਾਣ, ਉਹਨਾਂ ਨੂੰ ਮੈਂ ਰਿਹਾ ਕਰ ਦੇਵਾਂਗਾ। ਮਹਾਰਾਜ ਜੀ ਜਾਨੀ ਜਾਣ ਸਨ। ਸਤਿਗੁਰੂ ਜੀਆਂ ਨੇ 50 ਕਲੀਆਂ ਵਾਲਾ ਜਿਹੜਾ ਚੋਲਾ ਹੈ ਨਾ, ਉਹ ਸਵਾਂ ਕਰਕੇ ਰੱਖਿਆ ਸੀ, ਕਿਉਂਕਿ ਇਤਿਹਾਸ ਦੇ ਵਿੱਚ 52 ਵੀ ਆਉਂਦਾ ਹੈ। ਪਰ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ 50 ਕਲੀਆਂ, 25 ਅੱਗੇ 25 ਪਿੱਛੇ। ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਭਾਈ ਜੋਗੇ ਨੂੰ, ਸਿੱਖਾਂ ਨੂੰ ਕਿਹਾ, ਜਾਓ ਮੇਰਾ ਲੈ ਕੇ ਆਵੋ ਚੋਲਾ। ਸਤਿਗੁਰੂ ਜੀਆਂ ਦਾ ਐਡਾ ਉੱਚਾ ਸਰੀਰ, 7.5 ਫੁੱਟ ਦੀ ਉਚਾਈ, ਜਦੋਂ ਉਹ ਚੋਲਾ ਪਹਿਨੇ ਆ 50 ਕਲੀਆਂ ਵਾਲਾ, ਤੇ ਮਹਾਰਾਜ ਸਾਰੇ ਰਾਜਿਆਂ ਨੂੰ ਕਹਿਣ ਲੱਗੇ ਕਿ ਇੱਕ ਰਾਜਾ ਮੇਰੇ ਇੱਕ ਚੋਲੇ ਦੀ ਕਣੀ ਜਿਹੜੀ ਹੈ ਉਹ ਫੜ ਲੈਣ। ਉੱਥੇ ਰਾਜਿਆਂ 'ਚ ਕੜਮਾਸ ਵੱਜ ਗਈ ਕਿ ਜਿੰਨੇ ਬਾਹਰ ਜਾਣਾ ਹੈ ਉਹ ਮੇਰੇ ਚੋਲੇ ਦੀਆਂ ਕਲੀਆਂ ਫੜ ਲੈਣ। ਹੁਣ ਕਦੋਂ ਤੋਂ ਕੈਦ ਕੀਤੇ ਨੇ ਰਾਜੇ, ਇੱਕ ਦੂਜੇ 'ਚ ਵੱਜਣ ਲੱਗੇ, ਭੱਜ ਕੇ ਕਲੀਆਂ ਫੜ ਲਈਆਂ ਸਾਰਿਆਂ ਨੇ, ਇੱਕ 2 ਜਣੇ ਰਹਿ ਗਏ। 50 ਕਲੀਆਂ ਸਨ ਚੋਲੇ ਦੀਆਂ, 2 ਜਣੇ ਰਹਿ ਗਏ। 2 ਜਣੇ ਮਹਾਰਾਜ ਜੀਆਂ ਅੱਗੇ ਰੋਣ ਲੱਗ ਪਏ, ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ। ਕਹਿੰਦੇ ਮਹਾਰਾਜ ਹੁਣ ਅਸੀਂ ਕੀ ਕਰਾਂਗੇ, ਕਿਉਂਕਿ ਜਿਹੜਾ ਨਿਹੰਗ ਸਿੰਘਾਂ ਦਾ ਚੋਲਾ ਹੁੰਦਾ ਹੈ ਨਾ, ਉਹਨੂੰ ਜ਼ਿਆਦਾਤਰ ਪੁਰਾਤਨ ਸਮੇਂ ਬਟਨ ਨਹੀਂ ਸੀ ਲੱਗਦੇ, ਉਹਨੂੰ ਜਿਹੜਾ ਤਣੀਆਂ ਲੱਗਦੀਆਂ ਸੀ, ਤਣੀਆਂ ਦੇ ਨਾਲ ਉਹ ਬੰਦ ਹੁੰਦਾ ਸੀ। 2 ਤਣੀਆਂ ਸੀ, ਕੰਧਾਂ ਦੇ ਨਾਲ ਸਿਰ ਮਰਨ ਲੱਗ ਪਏ 2 ਰਾਜੇ। ਕਹਿੰਦੇ ਮਹਾਰਾਜ ਸਾਨੂੰ ਛੱਡ ਕਰਕੇ ਨਾ ਜਾਵੋ, ਸਾਡੀ ਜ਼ਿੰਦਗੀ ਪਹਿਲਾਂ ਹੀ ਨਾਸ ਹੋਈ ਹੈ।
ਅਸੀਂ ਤੁਹਾਡੇ ਪਾਸ ਰਹਿਣਾ, ਸਾਨੂੰ ਕੋਈ ਰਾਜੀ ਕੋਈ ਹਕੂਮਤ ਨਹੀਂ ਚਾਹੀਦੀ। ਜਦੋਂ ਇੰਨੀ ਗੱਲ ਕਹੀ ਵਿਰਾਗ ਕਿਹਾ ਕਿ ਮਹਾਰਾਜ ਕਹਿੰਦੇ ਅਸੀਂ ਛੱਡ ਕਰਕੇ ਨਹੀਂ ਜਾਵਾਂਗੇ, ਜੇਕਰ ਤੁਹਾਨੂੰ ਕਿਹਾ ਹੈ ਤੇ ਤੁਹਾਨੂੰ ਲੈ ਕਰਕੇ ਇੱਥੋਂ ਜਾਵਾਂਗੇ। ਫਿਰ ਮਹਾਰਾਜ ਜੀਆਂ ਨੇ 50 ਕਲੀਆਂ 25 ਜਾਣੇ ਅੱਗੇ ਪਿੱਛੇ ਹੋ ਗਏ ਤੇ ਦੋ ਜਿਹੜੀਆਂ ਤਣੀਆਂ ਸੀ ਨਾ ਚੋਲਾਂ ਨੂੰ ਬੰਨਣ ਵਾਲੀਆਂ, ਮਹਾਰਾਜ ਕਹਿੰਦੇ ਇੱਕ ਤਣੀ ਤੂੰ ਫੜ ਲੈ ਇੱਕ ਤੂੰ ਫੜ ਲੈ। ਉਹਨਾਂ 52 ਨੂੰ ਮਹਾਰਾਜ ਜੀਆਂ ਨੇ ਬਾਹਰ ਕੱਢਿਆ, ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾਇਆ। ਉਹਨਾਂ 52 ਨੂੰ ਰਿਹਾ ਕਰਵਾਇਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉੱਥੋਂ ਦੀ ਸਰਕਾਰ, ਉੱਥੋਂ ਦੀ ਹਕੂਮਤ ਇਹ ਸੋਚਦੀ ਰਹੀ, ਮਹਾਰਾਜ ਜੀ ਕਾਨੂੰਨ ਦੇ ਵਿੱਚ ਵੀ ਰਹੇ ਨੇ ਕਿ ਜੋ ਜਹਾਂਗੀਰ ਨੇ ਕਿਹਾ ਮਹਾਰਾਜ ਜੀਆਂ ਨੇ ਉਹੀ ਕੀਤਾ ਹੈ ਕਿ ਜਿੰਨੀਆਂ ਚੋਲੇ ਦੀਆਂ ਕਣੀਆਂ, ਤੇ ਮਹਾਰਾਜ ਜੀਆਂ ਨੇ ਇਹ ਚੋਲਾ ਪਹਿਲਾਂ ਹੀ ਸਵਾ ਕੇ ਰੱਖਿਆ ਸੀ। 52 ਦੇ 52 ਰਾਜੇ ਬਾਹਰ ਮਹਾਰਾਜ ਜੀਆਂ ਨੇ ਕੱਢ ਦਿੱਤੇ। ਅੱਗੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀਆਂ ਨੇ, ਜੋ ਆਪ ਜੀ ਦੀਵਾਲੀ ਮਨਾਉਂਦੇ ਹੋ, ਦੀਵਾਲੀ ਦਾ ਇਤਿਹਾਸ ਮਨਾਉਂਦੇ ਹੋ, ਇੱਥੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀਆਂ ਨੇ ਆਣ ਕਰਕੇ ਉੱਥੇ ਫਿਰ ਇੱਕ ਚੌਂਕੀ ਕੱਢੀ। ਮਹਾਰਾਜ ਜੀਆਂ ਦੇ ਆਉਣ ਦੀ ਖੁਸ਼ੀ ਦੇ ਅੰਦਰ ਅੰਮ੍ਰਿਤਸਰ ਦੀਆਂ ਇੱਕ ਇੱਕ ਗਲੀ ਸਾਫ਼ ਕਰ ਦਿੱਤੀ ਗਈ, ਸਜਾਵਟ ਕਰਦੀ ਗਈ। ਇੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਆਉਣ ਦੀ ਖੁਸ਼ੀ ਦੇ ਅੰਦਰ ਘਿਓ ਦੇ ਦੀਵੇ ਜਿਹੜੇ ਸੀ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਾਰੰਭਤਾ ਕੀਤੀ। ਸੰਗਤ ਜੀ, ਘਿਓ ਦੇ ਦੀਵੇ ਜਿਹੜੇ ਆਪ ਜੀ ਗੁਰੂ ਘਰ ਦੇ ਦਰਬਾਰ ਜਗਾ ਰਹੇ ਹੋ ਨਾ, ਨਿਸ਼ਾਨ ਸਾਹਿਬਾਂ ਦੇ ਉੱਪਰ, ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸ਼ੁਰੂਆਤ ਕੀਤੀ। ਘਿਓ ਦੇ ਦੀਵੇ ਜਿਹੜੇ ਸੀ ਨਾ, ਉਹ ਬਾਲੇ ਕੋਈ ਇੱਕ ਦੋ ਨਹੀਂ, ਹਜ਼ਾਰਾਂ ਦੇ ਨਾਲ ਸੰਗਤ ਕੋਲੋਂ ਬੁਲਵਾਏ, ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਆਉਣਾ ਹੈ, ਸ਼ਹਿਨਸ਼ਾਹ ਦਾਤਾਰ ਪਿਤਾ ਨੇ ਆਉਣਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ 6ਵੀਂ ਜੋਤ ਨੇ ਆਉਣਾ ਹੈ। ਘਿਓ ਦੇ ਦੀਵੇ ਫਿਰ ਸਤਿਗੁਰੂ ਜੀ ਨੇ ਕਿਹਾ ਦੀਪਮਾਲਾ ਵੀ ਕਰੋ। ਦੀਪਮਾਲਾ ਵੀ ਕੀਤੀ ਗਈ ਆਉਣ ਦੀ ਖੁਸ਼ੀ ਦੇ ਅੰਦਰ। ਜਦੋਂ ਸਤਿਗੁਰੂ ਜੀ ਆਏ ਫਿਰ ਇਹ ਚੌਂਕੀ ਜਿਹੜੀ ਹੈ ਨਾ ਫਿਰ ਕੱਢੀ ਗਈ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਜਦੋਂ ਸ਼ਬਦ ਪੜ੍ਹੇ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ। ਫਿਰ ਉਦੋਂ ਸਤਿਗੁਰੂ ਜੀ ਨੇ ਇਹ ਕਿਹਾ ਸਿੱਖਾਂ ਨੂੰ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਕਿ ਇਹ ਜਿਹੜੀਆਂ ਚੌਂਕੀਆਂ ਨੇ, ਇਹ ਜਿਹੜੇ ਝੰਡੇ ਨੇ, ਇਹ ਜੁਗੋ ਜੋਗੀ ਅਟਲ ਰਹਿਣਗੇ, ਹਮੇਸ਼ਾ ਹੀ ਅਟਲ ਰਹਿਣਗੇ। ਇਹ ਤੋਂ ਬਾਅਦ ਜਦੋਂ ਮਹਾਰਾਜ ਜੀ ਆਉਂਦੇ ਨੇ ਫਿਰ ਦੀਪਮਾਲਾ ਦੀਵੇ, ਫਿਰ ਇਹ ਖੁਸ਼ੀ ਮਨਾਈ ਗਈ ਸੰਗਤਾਂ ਦੇ ਵਿੱਚ ਜੋ ਆਪ ਹਰ ਰੋਜ਼ ਮਨਾ ਰਹੇ ਹੋ ਦੀਵਾਲੀ ਦੇ ਅੰਦਰ। ਪਰ ਕਈ ਵਾਰੀ ਆਪਾਂ ਨਾ ਕੋਈ ਗੁਰਬਾਣੀ ਦੇ ਵਿੱਚੋਂ ਇੱਕ ਦੋ ਤੁਕ ਲੈ ਕੇ ਤੇ ਅਰਥ ਕਰ ਦਿੰਦੇ ਆ, ਉਹ ਮਾਫੀ ਹੈ। ਇੱਕ ਆਪਾਂ ਪੰਕਤੀ ਪੜ੍ਹਦੇ ਆ, ਦੀਵਾਲੀ ਕੀ ਰਾਤ ਦੀਵੇ ਬਾਲੀਆਂ ਨਾ, ਇਹ ਮਾਫ ਕਰਨਾ, ਇਹ ਦੀਵਾਲੀ ਵਾਲੀ ਤੁਕ ਨਹੀਂ ਕਿ ਦੀਵਾਲੀ ਆ ਗਈ ਕਿ ਇਹਦੇ ਵਾਸਤੇ ਤੁਕ ਹੈ। ਗੁਰੂ ਘਰਾਂ ਦੇ ਵਿੱਚ ਵੀ ਇਹਦਾ ਕੀਰਤਨ ਹੁੰਦਾ ਹੈ, ਪਰ ਨਹੀਂ, ਇਹ ਸ਼ਬਦ ਦੇ ਅਰਥ ਕੁਝ ਹੋਰ ਨੇ। ਐਸਾ ਦੀਵੇ ਜਿਹੜੇ ਆਪਾਂ ਬਾਲਦੇ ਆ, ਆਪਾਂ ਲੜੀਆਂ ਜਗਾਉਂਦੇ, ਇਹਦੀ ਕੋਈ ਮਨਾਹੀ ਨਹੀਂ, ਇਹ ਖੁਸ਼ੀ ਹੈ। ਪਰ ਸੰਗਤ ਜੀ ਆਪਣੇ ਹਿਰਦੇ ਦੇ ਅੰਦਰ ਵੀ ਉਹ ਗੁਰਬਾਣੀ ਦਾ ਜੀਵਾ ਜਗਣਾ ਚਾਹੀਦਾ ਹੈ, ਕਿਉਂਕਿ ਜਿਹੜੇ ਸਾਧੂ ਜਨ ਹੁੰਦੇ ਨੇ ਨਾ ਗੁਰੂ ਦੇ ਪਿਆਰੇ, ਉਹਨਾਂ ਦੀ ਸਦਾ ਹੀ ਦੀਵਾਲੀ ਹੁੰਦੀ ਹੈ, ਸਦਾ ਹੀ ਉਹਨਾਂ ਦੇ ਅੰਦਰ ਦੀਵੇ ਜਗਦੇ ਨੇ ਨਾਮ ਦੇ। ਆਪਾਂ ਇੱਕ ਦਿਨ ਦੀਵਾ ਜਗਾ ਕੇ ਖੁਸ਼ੀ ਮਨਾ ਲਈ, ਕੋਈ ਇਤਿਹਾਸ ਪੜ੍ਹਿਆ ਨਾ, ਕੁਝ ਸੁਣਿਆ ਨਾ, ਸਾਡਾ ਕੋਈ ਫਾਇਦਾ ਨਹੀਂ। ਸਤਿਗੁਰੂ ਜੀਆਂ ਨੂੰ ਯਾਦ ਕਰੀਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ, ਕੋਈ ਸ਼ਬਦ ਆਪਣੇ ਹਿਰਦੇ ਦੇ ਵਿੱਚ ਟਿਕਾ ਲਈਏ, ਕਿਉਂਕਿ ਸਤਿਗੁਰੂ ਜੀ ਦਾ ਸ਼ਬਦ ਹੈ ਨਾ, ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ। ਇਹ ਨਾਮ ਹੀ ਸਤਿਗੁਰੂ ਜੀ ਦਾ ਦੀਵਾ ਹੈ, ਇਹ ਨਾਮ ਹੀ ਜਿਹੜੀ ਹੈ ਇਹ ਚਾਨਣ ਹੈ, ਇਹ ਰੋਸ਼ਨੀ ਹੈ, ਇਹ ਕਿਤੇ ਸਾਡੇ ਹਿਰਦੇ ਦੇ ਅੰਦਰ ਟਿਕ ਜਾਵੇ। ਆਪ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬੈਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਸਰਵਣ ਕੀਤਾ ਹੈ। ਸੋ ਸੰਗਤਾਂ ਨੂੰ ਜਲਦੀ ਵੀ ਹੁੰਦੀ ਹੈ ਕਿ ਆਪਣੇ ਘਰ ਦੇ ਵਿੱਚ ਰਹਿਣਾ ਹੈ, ਪਰ ਸਭ ਤੋਂ ਵੱਡਾ ਜਿਹੜਾ ਇਹ ਆਪਣਾ ਘਰ ਇਹੀ ਹੈ। ਇਹਨੂੰ ਆਪਣਾ ਘਰ ਸਮਝਾਂਗੇ ਤੇ ਆਪਾਂ ਤਰ ਜਾਵਾਂਗੇ। ਇੰਨੀਆਂ ਕੋ ਬੇਨਤੀਆਂ ਕਰਦਿਆਂ ਸਤਿਗੁਰੂ ਜੀ ਦਾ ਇਤਿਹਾਸ ਵਾਚਦਿਆਂ ਹੋਇਆਂ ਦਾਸ ਦੇ ਪਾਸੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਕਿਉਂਕਿ ਅਸੀਂ ਅਣਜਾਣ ਬੱਚੇ ਹਾਂ। ਸਤਿਗੁਰੂ ਜੀ ਦਾ ਇਤਿਹਾਸ ਨਹੀਂ ਪਤਾ, ਸਤਿਗੁਰੂ ਜੀ ਨੇ ਜਿੰਨੀ ਕੋ ਕਿਰਪਾ ਕੀਤੀ ਆਪੇ ਹੀ ਕਰਵਾ ਲਿਆ। ਇਹ ਇਤਿਹਾਸ ਦੇ ਅਸੀਂ 1 ਘੰਟੇ ਅੱਧੇ ਘੰਟੇ ਦੇ ਵਿੱਚ ਸਾਰਾ ਸੁਣਾ ਦਿੰਦੇ ਆ, ਪਰ ਉੱਥੇ ਕਿੰਨੇ ਦਿਨ ਕਿੰਨੀਆਂ ਰਾਤਾਂ ਲੱਗੀਆਂ ਕੋਈ ਦੱਸ ਨਹੀਂ ਸਕਦਾ, ਜਿੱਡਾ ਮਰਜੀ ਵਿਦਵਾਨ ਹੋਵੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਪ੍ਰਤਾਰ। ਅਸੀਂ ਜੀਵ ਭੁੱਲਣ ਆ ਰਹੇ ਹਾਂ, ਅਸੀਂ ਭੁੱਲ ਜਾਂਦੇ ਵਾਰ-ਵਾਰ ਦੇ ਉੱਪਰ।
सतगुरु जी किरपा करन गुरु हरगोबिंद साहब जी महाराज इस दिन दे उपर आप जी संगत भी प्रण करो इस शुभ दिहाड़े दे उपर बंदी छोड़ दिवस दे उपर, क्योंकि ये दरबार सतगुरु श्री गुरु हरगोबिंद साहब जी महाराज जियां दा कोई ना कोई जिहड़ा प्रण करके जरूर जाया करो कि साडे भी अंदर वो परमात्मा दे नाम दी रोशनी हो जावे। ये दिवाली दे उपर चानण करना रात नूं ठीक है, साडे हिरदे दे अंदर पक्का ही चानण हो जावे। असी रोजाना ही साडे अंदरों ये रोशनी जिहड़ी है उठे, गुरु का शब्द पढ़िए। सतगुरु जी का हुक्म है, सतगुरु जी ने शस्त्रां की बख्शिश की है सानू खालसे नूं। शस्त्र जिहड़े ने कोल रखने जरूरी ने, गुरु हरगोबिंद साहब जी महाराज जियां दी रीत चलाई है। शस्त्रहीन ना कब होई, गुरु गोबिंद सिंह जी ने यह रीत नूं पक्का कर दिता, दृढ़ कर दिता कि इनू पक्का रखना है अपने कोल। शस्त्रां दे धारनी होवो, नितनेमी होवो संगत जी, गुरु दे शब्द नूं अपने हिरदे दे अंदरों कदी ना विसारो। सतगुरु किरपा करे, साडे उपर रहमत करे, असीं भी गुरबाणी दे नाल जुड़ जाइए, परमात्मा दा नाम साडे हिरदे दे विच वस जावे। चौंकी चौगिरद हमारे, परमात्मा दा नाम साडे हिरदे विच वस जावे। गुर का शब्द रखवारे, चौकी चौगिरद हमारे, राम नाम मन लागा, जम लजाए कर भागा। जिहड़ा राम है ना, उहदा नाम साडे मन दे अंदर वस जावे ते जिहड़े जम भी ना वो भी भज जांदे ने। ऐसियां बख्शिशां गुरु हरगोबिंद महाराज जी अज दे दिन साडे जीवां उपर करदे ने। आओ बड़े प्रेम दे नाल दास दे पासों विचार करदियां होइयां, एक नहीं अनेक प्रकार दीयां गलतियां भुल्लां हो जाणियां सुभावक ने। आप रब वर्गी संगत, गुरु की संगत बख्शण जोग हो। धन सतगुरु मेरे शहनशाह दातार गुरु हरगोबिंद साहब जी महाराज, गुरु ग्रंथ साहब जी महाराज बख्शण जोग ने। अगाह वास्तों असीस देवो कि अकल आ जावे, थोड़ी बहुती जाच आ जावे, सतगुरु जी का नाम लै लईए। इस तरह सतगुरु जी दीयां सेवावां जिहड़ियां ने वो करते रहिए। बड़े प्यार ते सत्कार सहित गुरु गोबिंद सिंह साहब जी महाराज जियां दी बख्शिश कीती हुई फतेह बुलाओ। आखो जी वाहिगुरु जी का खालसा, वाहिगुरु जी की फतेह।